ਤੁਹਾਡਾ ਸਾਰਿਆਂ ਦਾ ਪੰਜਾਬ ਅਕੈਡਮੀ ਆਨਲਾਈਨ ਚੈਨਲ ਤੇ ਸਵਾਗਤ ਕੀਤਾ ਜਾਂਦਾ ਹੈ। ਮੈਂ ਬਲਜੀਤ ਗਰਗ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਜੀ ਪੋਲਿਟੀ MCQ ਸੀਰੀਜ਼ ਦਾ ਸੈਕਿੰਡ ਲੈਕਚਰ। ਇਸ ਤੋਂ ਪਹਿਲਾਂ ਮੈਂ ਫਸਟ ਲੈਕਚਰ ਪੋਲਿਟੀ ਦਾ ਜਿਹੜਾ ਅਪਲੋਡ ਕਰ ਚੁੱਕਿਆ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਰਿਸਪੌਂਸ ਆਇਆ, ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ। ਅਤੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਸੈਕਿੰਡ ਕਲਾਸ। ਸੋ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਚਲੋ ਜੀ ਸੈਸ਼ਨ ਨੂੰ ਸਟਾਰਟ ਕਰਦੇ ਹਾਂ ਪਹਿਲਾ ਕੁਐਸਚਨ ਲੈ ਕੇ। ਚਲੋ ਜੀ ਫਸਟ ਕੁਐਸਚਨ ਜੋ ਹੈ, ਅਸੀਂ ਕਿੰਨੇ ਤਰੀਕਿਆਂ ਰਾਹੀਂ ਨਾਗਰਿਕਤਾ ਪ੍ਰਾਪਤ ਕਰ ਸਕਦੇ ਹਾਂ। ਹਾਂਜੀ, ਸਿਟੀਜ਼ਨਸ਼ਿਪ ਕਿੰਨੇ ਤਰੀਕਿਆਂ ਨਾਲ ਅਸੀਂ ਪ੍ਰਾਪਤ ਕਰ ਸਕਦੇ ਹਾਂ। ਇਹਦੇ ਆਪਸ਼ਨ ਹੈਗੇ ਨੇ 3, 4, 5, 6। ਦੇਖੋ ਜਿਹੜੀ ਨਾਗਰਿਕਤਾ ਹੁੰਦੀ ਹੈ ਸਿਟੀਜ਼ਨਸ਼ਿਪ, ਇਹ ਆਪਾਂ 5 ਤਰੀਕਿਆਂ ਨਾਲ ਪ੍ਰਾਪਤ ਕਰ ਸਕਦੇ ਹਾਂ ਜੀ। ਕਿੰਨੇ ਤਰੀਕਿਆਂ ਨਾਲ ਕਰ ਸਕਦੇ ਹਾਂ? 5 ਤਰੀਕਿਆਂ ਨਾਲ। ਸਭ ਤੋਂ ਪਹਿਲਾਂ ਤੁਹਾਨੂੰ ਸਿਟੀਜ਼ਨਸ਼ਿਪ ਬਾਰੇ ਦੱਸ ਦਈਏ, ਇਹ ਆਪਣੇ ਕਿਹੜੇ ਪਾਰਟ ਦੇ ਵਿੱਚ ਆਉਂਦਾ। ਸਿਟੀਜ਼ਨਸ਼ਿਪ ਪਾਰਟ 2 ਦੇ ਵਿੱਚ ਆਉਂਦਾ ਜੀ। ਠੀਕ ਹੈ ਜੀ। ਇੰਡੀਆ ਦੇ ਵਿੱਚ ਜਿਹੜੀ ਸਿੰਗਲ ਸਿਟੀਜ਼ਨਸ਼ਿਪ ਹੈ, ਕਿਹੜੀ ਹੈ ਜੀ? ਸਿੰਗਲ ਸਿਟੀਜ਼ਨਸ਼ਿਪ। ਆਪਾਂ ਕਿਹੜੇ ਦੇਸ਼ ਤੋਂ ਕਾਪੀ ਲਿੱਤੀ ਹੈ? ਇਹ ਬ੍ਰਿਟੇਨ ਤੋਂ। ਠੀਕ ਹੈ ਜੀ। ਪਰ ਜਿਹੜੀ ਅਮਰੀਕਾ ਦੇ ਵਿੱਚ ਡਿਊਲ ਸਿਟੀਜ਼ਨਸ਼ਿਪ ਹੈ, UK ਦੇ ਵਿੱਚ ਕਿਹੜੀ ਸਿਟੀਜ਼ਨਸ਼ਿਪ ਹੈ? ਸਿੰਗਲ। ਇਹ ਕਿਤੋਂ ਲਈ ਆਪਾਂ? ਬ੍ਰਿਟੇਨ ਤੋਂ। ਤੀਸਰਾ ਸਵਾਲ ਇਹ ਬਣ ਜਾਂਦਾ ਹੈਗਾ, ਆਖਿਰ ਜਿਹੜਾ ਇਹ ਸਿਟੀਜ਼ਨਸ਼ਿਪ ਹੈ ਇਹਦੇ ਪਾਰਟ ਕਿੱਥੋਂ? ਪਾਰਟ 2 ਦੇ ਵਿੱਚ ਆਰਟੀਕਲ ਦੱਸੋ, ਅਨੁਛੇਦ ਦੱਸੋ। ਇਹ ਹੈਗੇ ਆ ਜੀ ਆਰਟੀਕਲ 5 ਤੋਂ ਲੈ ਕੇ 11 ਤੱਕ। ਠੀਕ ਹੈ ਜੀ। ਹੁਣ ਸਵਾਲ ਆਪਾਂ ਨੂੰ ਤੁਹਾਨੂੰ ਆਨਸਰ ਦੱਸ ਹੀ ਦਿੱਤਾ, ਆਪਾਂ ਕਿੰਨੇ ਤਰੀਕਿਆਂ ਨਾਲ ਸਿਟੀਜ਼ਨਸ਼ਿਪ ਲੈ ਸਕਦੇ ਹਾਂ? 5 ਤਰੀਕਿਆਂ ਨਾਲ। ਪਰ ਸਵਾਲ ਇੱਥੇ ਇਹ ਬਣਦਾ ਜੀ, ਉਹ 5 ਤਰੀਕੇ ਕਿਹੜੇ ਕਿਹੜੇ ਨੇ ਜਿਨ੍ਹਾਂ ਰਾਹੀਂ ਆਪਾਂ ਸਿਟੀਜ਼ਨਸ਼ਿਪ ਲੈ ਸਕਦੇ ਹਾਂ। ਪਹਿਲਾ ਤਰੀਕਾ ਕੀ ਹੈ ਜੀ? ਜਨਮ ਹੋਇਆ ਹੋਵੇ। ਸਾਡਾ ਕੀ ਹੋਇਆ ਹੋਵੇ? ਇੱਥੇ ਜਨਮ ਹੋਇਆ, ਬਾਏ ਬਰਥ ਜਨਮ ਹੋਇਆ ਹੋਵੇ। ਦੂਜਾ, ਸਾਡੇ ਮਾਤਾ ਪਿਤਾ ਇੱਥੋਂ ਦੇ ਹੋਣ, ਯਾਨੀ ਕਿ ਖੂਨੀ ਰਿਸ਼ਤਾ ਹੋਵੇ। ਤੀਜਾ, ਆਪਾਂ ਇੱਥੇ ਰਜਿਸਟ੍ਰੇਸ਼ਨ ਕਰਾ ਦਿੱਤੀ ਜਾਵੇ। ਪੰਜਵਾਂ ਕੀ ਹੈ ਜੀ? ਚੌਥਾ ਕੀ ਹੈ? ਆਪਾਂ ਇੱਥੇ ਨੈਚੁਰਲਾਈਜੇਸ਼ਨ ਹੋ ਜੇ। ਅਤੇ ਪੰਜਵਾਂ ਤਰੀਕਾ ਇਹ ਹੈ ਕਿ ਮੰਨ ਲਓ ਆਪਣੇ ਦੇਸ਼ ਨੇ ਕਿਸੇ ਹੋਰ ਦੇਸ਼ 'ਤੇ ਕਬਜ਼ਾ ਕਰ ਲਿਆ, ਉੱਥੋਂ ਦੇ ਲੋਕਾਂ ਨੂੰ ਆਟੋਮੈਟਿਕ ਸਿਟੀਜ਼ਨਸ਼ਿਪ ਮਿਲ ਜੂਗੀ। 5 ਤਰੀਕੇ ਪਤਾ ਲੱਗ ਗਏ ਜੀ। ਬਾਏ ਜਨਮ, ਬਾਏ ਡੀਸੈਂਟ, ਬਾਏ ਰਜਿਸਟ੍ਰੇਸ਼ਨ ਅਤੇ ਏਰੀਆ ਆਪਾਂ ਅਕਵਾਇਰ ਕੀਤਾ ਹੈਗਾ। ਠੀਕ ਹੈ ਜੀ। ਅਤੇ ਚੌਥਾ ਤਰੀਕਾ ਹੈਗਾ ਨੈਚੁਰਲਾਈਜੇਸ਼ਨ। ਅਤੇ ਇੱਕ ਸਵਾਲ ਇੱਥੋਂ ਇਹ ਵੀ ਬਣ ਸਕਦਾ, ਕਿੰਨੇ ਤਰੀਕਿਆਂ ਨਾਲ ਆਪਣੀ ਸਿਟੀਜ਼ਨਸ਼ਿਪ ਆਪਾਂ ਗਵਾ ਸਕਦੇ ਹਾਂ? ਤਾਂ ਆਨਸਰ ਆਊਗਾ ਜੀ 3। ਅਕਵਾਇਰ ਕਿੰਨੇ ਤਰੀਕਿਆਂ ਨਾਲ ਕਰ ਸਕਦੇ ਹਾਂ? 5 ਰਾਹੀਂ। ਠੀਕ ਹੈ ਜੀ। ਚਲੋ ਅਗਲੇ ਸਵਾਲ 'ਤੇ ਮੂਵ ਕਰਦੇ ਹਾਂ। ਅਗਲਾ ਸਵਾਲ ਆਪਣੇ ਕੋਲ ਇਹ ਹੈ ਜੀ, ਕੌਨਸਟੀਟਿਊਸ਼ਨ ਮੇਕਰ ਆਫ ਇੰਡੀਆ ਹੈਡ ਟੇਕਨ ਦਾ ਕੰਸੈਪਟ ਆਫ ਲਿਬਰਟੀ, ਇਕੁਅਲਿਟੀ ਐਂਡ ਫਰੈਟਰਨਿਟੀ ਫਰੋਮ ਵਿਚ ਕੌਨਸਟੀਟਿਊਸ਼ਨ। ਮਤਲਬ ਜਿਹੜੇ 3 ਸ਼ਬਦ ਐਡ ਕੀਤੇ ਆਪਾਂ, ਲਿਬਰਟੀ, ਇਕੁਅਲਿਟੀ ਅਤੇ ਫਰੈਟਰਨਿਟੀ, ਇਹ ਆਪਾਂ ਕਿੱਥੋਂ ਐਡ ਕੀਤੇ ਆ? ਕਿਹੜੀ ਕੌਨਸਟੀਟਿਊਸ਼ਨ ਤੋਂ ਐਡ ਕੀਤੇ ਆ? ਇਹ ਹੈਗਾ ਫਰੈਂਚ ਕੌਨਸਟੀਟਿਊਸ਼ਨ, ਕੈਨੇਡੀਅਨ ਕੌਨਸਟੀਟਿਊਸ਼ਨ, ਬ੍ਰਿਟਿਸ਼ ਕੌਨਸਟੀਟਿਊਸ਼ਨ, ਆਇਰਿਸ਼ ਕੌਨਸਟੀਟਿਊਸ਼ਨ। ਜਿਹੜੇ ਦੇਖੋ ਜੀ ਇਹ 3 ਸ਼ਬਦ ਹੈ, ਲਿਬਰਟੀ, ਇਕੁਅਲਿਟੀ, ਫਰੈਟਰਨਿਟੀ, ਇਹ ਆਪਾਂ ਐਡ ਕਿਤੋਂ ਕੀਤੇ ਆ ਜੀ? ਫਰੈਂਚ ਕੌਨਸਟੀਟਿਊਸ਼ਨ ਤੋਂ। ਫਰੈਂਚ ਰੈਵੋਲਿਊਸ਼ਨ ਆਈ ਸੀ ਜਿਹਦੇ ਵਿੱਚੋਂ ਆਪਾਂ ਕੀਤੇ ਸੀ। ਸਵਾਲ ਕਈ ਵਾਰ ਪੇਪਰ 'ਚ ਆ ਜਾਂਦਾ, ਫਰੈਂਚ ਰੈਵੋਲਿਊਸ਼ਨ ਆਈ ਕਦੋਂ ਸੀ? ਦੇਖੋ ਜਿਹੜੀ ਫਰੈਂਚ ਰੈਵੋਲਿਊਸ਼ਨ ਹੈ ਨਾ, ਇਹ ਫਰਾਂਸ ਦੇ ਵਿੱਚ 1799 ਦੇ ਵਿੱਚ ਸ਼ੁਰੂ ਹੋਈ ਸੀ ਅਤੇ ਇਹ ਚੱਲੀ ਸੀ ਆਪਣੀ 1799 ਤੱਕ। ਸਮਝੇ ਜੀ। ਤਾਂ ਲਿਬਰਟੀ, ਇਕੁਅਲਿਟੀ, ਫਰੈਟਰਨਿਟੀ ਆਪਾਂ ਕਿਹੜੇ ਦੇਸ਼ ਤੋਂ ਲਏ ਆ? ਫਰੈਂਚ ਤੋਂ। ਕਲੀਅਰ ਜੀ। ਚਲੋ ਜੀ ਅਗਲੇ ਕੁਐਸਚਨ 'ਤੇ ਆਪਾਂ ਮੂਵ ਕਰਦੇ ਹਾਂ। ਅਗਲਾ ਸਵਾਲ ਕੀ ਹੈ? ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਅ ਫੰਡਾਮੈਂਟਲ ਰਾਈਟ। ਮਤਲਬ ਕਿਹੜਾ ਆਪਣਾ ਮੌਲਿਕ ਅਧਿਕਾਰ ਹੈ ਨਹੀਂ। ਸਭ ਤੋਂ ਪਹਿਲਾਂ ਆਪਾਂ ਕੁਐਸਚਨ ਨੂੰ ਛੇੜਨ ਤੋਂ ਪਹਿਲਾਂ ਕੁਐਸਚਨ ਫੰਡਾਮੈਂਟਲ ਮੌਲਿਕ ਅਧਿਕਾਰਾਂ ਵਾਲੇ ਦੇਖ ਲਈਏ। ਪਹਿਲੀ ਗੱਲ ਤਾਂ ਮੌਲਿਕ ਅਧਿਕਾਰ ਆਉਂਦੇ ਕਿਹੜੇ ਪਾਰਟ ਦੇ ਵਿੱਚ ਹੈ? ਜਿਹੜੇ ਫੰਡਾਮੈਂਟਲ ਰਾਈਟ ਹੈ ਇਹ ਪਾਰਟ ਨੰਬਰ 3 ਦੇ ਵਿੱਚ ਆਉਂਦੇ ਆ ਜੀ। ਪਾਰਟ 3 ਦੇ ਵਿੱਚ ਆਉਂਦੇ ਆ। ਇਹ ਹੈਗੇ ਆ ਜੀ ਆਪਣੇ 12 ਤੋਂ ਲੈ ਕੇ 35 ਤੱਕ। ਕਲੀਅਰ ਹੈ ਜੀ। ਹੁਣ ਫੰਡਾਮੈਂਟਲ ਰਾਈਟ ਹੈ, ਜਿਵੇਂ ਲਾਸਟ ਕੁਐਸਚਨ ਦੇ ਵਿੱਚ ਤੁਹਾਨੂੰ ਦੱਸਿਆ ਸਿੰਗਲ ਸਿਟੀਜ਼ਨਸ਼ਿਪ ਆਪਾਂ ਬ੍ਰਿਟੇਨ ਤੋਂ ਲਈ ਆ। ਸਿਮਿਲਰ ਫੰਡਾਮੈਂਟਲ ਰਾਈਟ ਆਪਾਂ ਕਿਤੋਂ ਲਏ ਆ? ਇਹ ਆਪਾਂ ਲਏ ਆ ਜੀ USA ਤੋਂ। ਠੀਕ ਹੈ। ਕਿਤੋਂ ਲਏ ਆ? USA ਤੋਂ। ਅਤੇ ਸਵਾਲ ਇਹਦੇ ਵਿੱਚ ਇਹ ਬਣਦਾ ਹੈ, ਜਦੋਂ ਸਟਾਰਟਿੰਗ ਦੇ ਵਿੱਚ ਆਪਣਾ ਸੰਵਿਧਾਨ ਬਣਿਆ ਸੀ, ਆਪਣੇ ਫੰਡਾਮੈਂਟਲ ਰਾਈਟ ਕਿੰਨੇ ਸੀ? ਉਸ ਸਮੇਂ 7 ਸੀ, ਬਟ ਐਟ ਪ੍ਰੈਜੈਂਟ ਕਿੰਨੇ ਰਹਿ ਗਏ ਜੀ?
ਟੋਟਲ 6 ਰਹਿ ਗਏ। ਸਵਾਲ ਹੁਣ ਆਪਣੇ ਕੋਲ ਕੀ ਆ, ਰਾਈਟ ਆਫ ਇਕੁਅਲਿਟੀ, ਰਾਈਟ ਆਫ ਪ੍ਰੋਪਰਟੀ, ਫਰੀਡਮ ਆਫ ਰਾਈਟ ਆਫ ਫਰੀਡਮ, ਰਾਈਟ ਆਫ ਕੌਨਸਟੀਟਿਊਸ਼ਨ ਰੈਮਡੀ, ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈਗਾ? ਤਾਂ ਇਹਦੇ ਵਿੱਚ ਹੈਗਾ ਜੀ ਆਨਸਰ ਆਪਸ਼ਨ ਨੰਬਰ ਬੀ, ਰਾਈਟ ਆਫ ਪ੍ਰੋਪਰਟੀ। ਕਿਉਂਕਿ ਜਦੋਂ ਸ਼ੁਰੂ ਦੇ ਵਿੱਚ ਸੰਵਿਧਾਨ ਬਣਿਆ ਸੀ ਉਹਦੇ ਵਿੱਚ 7 ਦੇ ਵਿੱਚ ਆਉਂਦਾ ਸੀ, ਇਹ ਜਿਹੜੇ 7 ਰਾਈਟ ਸੀ ਉਹਨਾਂ ਦੇ ਵਿੱਚ ਹੈਗਾ ਸੀ। ਬਟ ਤੁਹਾਨੂੰ ਪਤਾ ਪ੍ਰੋਪਰਟੀ ਹੈ ਜਿਹੜਾ ਡਿਲੀਟ ਕਰ ਦਿੱਤਾ ਗਿਆ, ਪ੍ਰੋਪਰਟੀ ਕੀ ਕਰਤਾ, ਡਿਲੀਟ ਕਰ ਦਿੱਤਾ ਗਿਆ। ਸਵਾਲ ਆ ਸਕਦਾ ਜੀ ਕਿਹੜੀ ਅਮੈਂਡ ਕਿਹੜੇ ਸਾਲ ਕੀਤਾ ਸੀ? 1978 ਦੇ ਵਿੱਚ। ਕਿਹੜੀ ਸਰਕਾਰ ਸੀ? ਮੁਰਾਰਜੀ ਦੇਸਾਈ। ਅਤੇ ਕਿਹੜਾ ਆਰਟੀਕਲ 'ਚ ਆਉਂਦਾ ਇਹ? ਆਰਟੀਕਲ 31 ਦੇ ਵਿੱਚ। ਆਰਟੀਕਲ 31 ਪੂਰੇ ਦਾ ਪੂਰਾ ਡਿਲੀਟ ਹੋ ਗਿਆ ਜੀ, ਠੀਕ ਹੈ। ਰਾਈਟ ਆਫ ਪ੍ਰੋਪਰਟੀ ਪਹਿਲਾਂ ਆਪਣਾ ਫੰਡਾਮੈਂਟਲ ਰਾਈਟ ਸੀ, ਬਟ ਇਹ ਹੁਣ ਕਿਹੜੇ ਪਾਰਟ ਕਿੱਥੇ ਰੱਖਤਾ ਜੀ? ਆਰਟੀਕਲ 300A 'ਚ ਰੱਖਤਾ। ਮਤਲਬ ਕੀ ਬਣ ਗਿਆ ਜੀ ਆਪਣਾ? ਲੀਗਲ ਰਾਈਟ ਬਣ ਚੁੱਕਿਆ ਇਹ। ਕਲੀਅਰ ਹੈ ਜੀ, ਓਕੇ ਆ। ਹੁਣ ਆਪਾਂ ਅੱਗੇ ਆਰਟੀਕਲ ਬਾਰੇ ਥੋੜ੍ਹਾ ਜਿਹਾ ਅੱਗੇ ਨੈਕਸਟ ਸਲਾਈਡ ਦੇ ਵਿੱਚ ਡਿਸਕਸ ਕਰਾਂਗੇ, ਕਿਹੜੇ ਕਿਹੜੇ ਇਕੁਅਲਿਟੀ 'ਚ ਆਉਂਦੇ ਆ, ਪ੍ਰੋਪਰਟੀ 'ਚ ਆਉਂਦੇ ਆ, ਫਰੀਡਮ 'ਚ ਆਉਂਦੇ ਆ, ਕੌਨਸਟੀਟਿਊਸ਼ਨ ਰੈਮਡੀ ਦੇ ਵਿੱਚ ਆਉਂਦੇ ਆ, ਉਹ ਆਪਾਂ ਨੈਕਸਟ ਸਲਾਈਡ ਦੇ ਵਿੱਚ ਡਿਸਕਸ ਕਰਾਂਗੇ। ਯਾਦ ਰੱਖਿਓ ਕਿ ਜਿਹੜੇ ਫੰਡਾਮੈਂਟਲ ਰਾਈਟ ਆਪਾਂ ਕਿਤੋਂ ਲਏ ਆ? USA ਤੋਂ। ਪਾਰਟ ਕੈਮਾ ਜੀ ਤੀਸਰਾ, ਕੈਮੇ ਤੋਂ 12 ਆਰਟੀਕਲ ਤੋਂ ਲੈ ਕੇ ਆਰਟੀਕਲ 35 ਤੱਕ। ਕਲੀਅਰ ਹੈ ਜੀ। ਚਲੋ ਜੀ ਨੈਕਸਟ ਸਲਾਈਡ 'ਤੇ ਮੂਵ ਕਰਦੇ ਹਾਂ। ਹੁਣ ਇਹਦੇ ਵਿੱਚ ਆਪਾਂ ਡਿਸਕਸ ਕੀਤਾ ਹੋਇਆ ਜੀ ਅਲੱਗ-ਅਲੱਗ ਜਿਹੜੇ ਫੰਡਾਮੈਂਟਲ ਰਾਈਟ ਹੈ। ਤੁਹਾਨੂੰ ਦੱਸਿਆ ਸਟਾਰਟਿੰਗ ਦੇ ਵਿੱਚ ਕਿੰਨੇ ਫੰਡਾਮੈਂਟਲ ਰਾਈਟ ਸੀ? 7। ਬਟ ਇੱਕ ਹੁਣ ਕੀ ਹੋ ਗਿਆ ਜੀ? ਡਿਲੀਟ ਹੋ ਗਿਆ। ਹੁਣ ਕਿੰਨੇ ਰਹਿ ਗਏ? 6। ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਰਾਈਟ ਟੂ ਇਕੁਅਲਿਟੀ, ਮਤਲਬ ਬਰਾਬਰਤਾ ਦਾ ਅਧਿਕਾਰ। ਮਤਲਬ ਕਾਨੂੰਨ ਮੂਹਰੇ ਸਾਰੇ ਕੀ ਹੈ ਜੀ? ਬਰਾਬਰ ਹੈ, ਸਾਰਿਆਂ ਨੂੰ ਬਰਾਬਰ ਮੌਕੇ ਦਿੱਤੇ ਜਾਣਗੇ। ਇਹਦੇ ਵਿੱਚ ਆਰਟੀਕਲ ਹੁੰਦੇ ਆ, ਮਾੜਾ ਮੋਟਾ ਨੋਟ ਕਰ ਲਓ। ਆਰਟੀਕਲ 14, 15, 16, 17, 18। ਠੀਕ ਹੈ ਜੀ। 14, 15, 16, 17 ਕਿਹੜੇ 'ਚ ਆਉਂਦੇ ਆ? ਰਾਈਟ ਟੂ ਇਕੁਅਲਿਟੀ 'ਚ। ਜਿਵੇਂ 14 ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ, ਇਹਦੇ ਵਿੱਚ ਕੀ ਹੈ? ਆਖਰ ਕਾਨੂੰਨ ਮੂਹਰੇ ਸਾਰੇ ਬਰਾਬਰ ਹੈ। 15 'ਚ ਕੀ ਹੈ? ਆਪਾਂ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰ ਸਕਦੇ। 16 ਦੇ ਵਿੱਚ ਕੀ ਹੈ ਜੀ? ਨੌਕਰੀਆਂ ਦੇ ਵਿੱਚ ਬਰਾਬਰ ਮੌਕੇ। ਜਿਵੇਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਬਰਾਬਰ ਮੌਕੇ ਆ, ਕੋਈ ਵੀ ਭਰ ਸਕਦਾ ਫੋਰਮ। ਉਹ ਗੱਲ ਵੱਖਰੀ ਹੈ ਜੀ, ਅੱਗੇ ਕੋਟਾ ਸਿਸਟਮ ਲੱਗ ਜਾਂਦਾ, ਪਰ ਮੌਕੇ ਬਰਾਬਰ ਹੈ। ਠੀਕ ਹੈ ਜੀ। ਅਗਲਾ ਸਵਾਲ ਅਗਲਾ ਹੈਗਾ ਆਪਣਾ ਰਾਈਟ ਟੂ ਇਕੁਅਲਿਟੀ ਹੋ ਗਿਆ। 14, 15, 16, 17, 18 ਜਿਹੜਾ ਰਾਈਟ ਟੂ ਇਕੁਅਲਿਟੀ ਹੈ ਇਹਦੇ ਵਿੱਚ ਆਉਂਦਾ। ਹੁਣ ਅਗਲਾ ਹੈਗਾ ਆਪਣਾ ਫਰੀਡਮ, ਰਾਈਟ ਟੂ ਫਰੀਡਮ। ਮਤਲਬ ਇਹਦੇ ਵਿੱਚ ਆ ਜਾਂਦਾ 19 ਆਰਟੀਕਲ, 20 ਆਰਟੀਕਲ, 21 ਅਤੇ 22। ਠੀਕ ਹੈ, 4 ਆਰਟੀਕਲ ਇਹ 'ਚ ਆ ਗਏ, 19, 20, 21, 22। 19 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਫਰੀਡਮ ਆਫ ਐਕਸਪ੍ਰੈਸ਼ਨ ਆ ਗਿਆ। 20 ਦੇ ਵਿੱਚ ਕੀ ਹੈ ਜੀ ਦੱਸੋ? 20 ਦੇ ਵਿੱਚ ਕੀ ਹੈ, 21 ਦੇ ਵਿੱਚ ਕੀ ਹੈ ਅਤੇ 22 ਦੇ ਵਿੱਚ ਕੀ ਹੈ? ਤੁਹਾਨੂੰ ਪਤਾ ਹੀ ਹੈ, ਇਹ ਡਿਸਕਸ ਤੁਸੀਂ ਪੜ੍ਹ ਲਿਓ। ਠੀਕ ਹੈ। ਅੱਗੇ ਹੈਗਾ ਰਾਈਟ ਅਗੇਂਸਟ ਐਕਸਪਲੋਟੇਸ਼ਨ, ਮਤਲਬ ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਇਹਦੇ ਵਿੱਚ 2 ਆਰਟੀਕਲ ਮੇਨ ਆ ਜੀ, 23 ਅਤੇ 24। 23 ਦੇ ਵਿੱਚ ਕੀ ਹੈ? ਹਿਊਮਨ ਟਰੈਫਿਕਿੰਗ। 24 'ਚ ਕੀ ਹੈ? ਚਾਈਲਡ ਲੇਬਰ। ਇਹ ਵੀ ਕਰ ਲਿਓ ਜੀ। ਇਹਦੇ ਬਾਅਦ ਰਾਈਟ ਟੂ ਫਰੀਡਮ ਆਫ ਰਿਲੀਜਨ, ਆਪਾਂ ਕੋਈ ਵੀ ਧਰਮ ਅਪਣਾ ਸਕਦੇ ਹਾਂ, ਕੋਈ ਵੀ ਛੱਡ ਸਕਦੇ ਹਾਂ, ਕੋਈ ਧੰਦਾ ਵਗੈਰਾ ਕਰ ਸਕਦੇ, ਸਾਰਾ ਕੁਛ ਕਿਹੜੇ ਆਰਟੀਕਲ 'ਚ ਆਉਂਦਾ? ਆਰਟੀਕਲ 25 ਤੋਂ ਲੈ ਕੇ 28 ਤੱਕ ਜੀ। ਅੱਗੇ ਕਲਚਰਲ ਐਂਡ ਐਜੂਕੇਸ਼ਨ ਰਾਈਟ ਸਪੈਸ਼ਲ ਮਿਨੋਰਟੀ ਵਾਸਤੇ ਆ ਇਹ 29 ਅਤੇ 30 ਦੇ ਵਿੱਚ ਹੈ ਜੀ ਇਹ। ਅਤੇ ਜਿਹੜਾ ਰੈਮਡੀ ਆਰਟੀਕਲ 32 ਪੇਪਰ 'ਚ ਸਵਾਲ ਆ ਜਾਂਦਾ ਹੈ। ਆਖਿਆ ਜਿਹੜੀ ਸੰਵਿਧਾਨ ਦੀ ਆਤਮਾ ਡਾਕਟਰ ਅੰਬੇਦਕਰ ਨੇ ਕਿਹੜੇ ਆਰਟੀਕਲ ਨੂੰ ਕਿਹਾ ਗਾ? ਤਾਂ ਆਪਾਂ ਆਨਸਰ ਲਾਵਾਂਗੇ ਜੀ 32 ਆਰਟੀਕਲ। ਕਿਹੜਾ ਆਰਟੀਕਲ? 32 ਆਰਟੀਕਲ। ਇਹ ਆਰਟੀਕਲ ਤੁਹਾਨੂੰ ਪ੍ਰੋਪਰ ਐਕਸਪਲੇਨ ਨਾਲ ਕਰਾਵਾਂਗੇ। ਇੱਥੇ ਥੋੜ੍ਹਾ ਜਿਹਾ ਓਵਰਵਿਊ ਹੈ। ਇਕੁਅਲਿਟੀ ਮਤਲਬ ਬਰਾਬਰ ਮੌਕੇ, ਫਰੀਡਮ ਇਹਦੀ ਐਕਸਪਲੋਟੇਸ਼ਨ, ਫਰੀਡਮ ਆਫ ਰਿਲੀਜਨ, ਕਲਚਰ ਐਂਡ ਐਜੂਕੇਸ਼ਨ ਰਾਈਟ ਅਤੇ ਰੈਮਡੀ। ਇਹ ਮੇਨ ਸੀ। ਸਟਾਰਟਿੰਗ ਦੇ 7 ਫੰਡਾਮੈਂਟਲ ਸੀ, ਅੱਜ ਕਿੰਨੇ ਆ? 6 ਜੀ। ਚਲੋ ਜੀ ਨੈਕਸਟ ਸਲਾਈਡ 'ਤੇ ਅਗਲਾ ਸਵਾਲ ਹੈਗਾ ਹੂ ਇਜ਼ ਦਾ ਗਾਰਡੀਅਨ ਆਫ ਫੰਡਾਮੈਂਟਲ ਰਾਈਟ ਇਨਿਊਮਰੇਟਡ ਇਨ ਦੀ ਇੰਡੀਅਨ ਕੌਨਸਟੀਟਿਊਸ਼ਨ। ਮਤਲਬ ਆਪਣੇ ਮੌਲਿਕ ਅਧਿਕਾਰਾਂ ਦੀ ਗਾਰਡੀਅਨ ਕਿਹਨੂੰ ਮੰਨਿਆ ਜਾਂਦਾ ਜੀ? ਕਿਹਨੂੰ ਮੰਨਿਆ ਜਾਂਦਾ? ਇਹਦੇ ਆਪਸ਼ਨ ਹੈਗੇ ਨੇ ਸੁਪਰੀਮ ਕੋਰਟ, ਪਾਰਲੀਮੈਂਟ, ਕੌਨਸਟੀਟਿਊਸ਼ਨ ਔਰ ਪ੍ਰੈਜ਼ੀਡੈਂਟ। ਦੇਖੋ ਜੀ ਇਹਦੀ ਜਿਹੜੀ ਗਾਰਡੀਅਨ ਹੈ ਕਿਹਨੂੰ ਮੰਨਿਆ ਜਾਂਦਾ? ਸੁਪਰੀਮ ਕੋਰਟ ਨੂੰ। ਕਿਹਨੂੰ ਮੰਨਿਆ ਜਾਂਦਾ? ਜੁਡੀਸ਼ਰੀ ਨੂੰ ਮੰਨਿਆ ਜਾਂਦਾ। ਕਿਉਂਕਿ ਤੁਹਾਨੂੰ ਪਤਾ ਆਪਾਂ ਡਾਇਰੈਕਟ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਪਹੁੰਚ ਨਹੀਂ ਕਰ ਸਕਦੇ, ਡਾਇਰੈਕਟ ਸੁਪਰੀਮ ਕੋਰਟ ਜਾਂ ਹਾਈ ਕੋਰਟ 'ਚ ਪਹੁੰਚ ਨਹੀਂ ਕਰ ਸਕਦੇ। ਬਟ ਜੇ ਆਪਣੇ ਫੰਡਾਮੈਂਟਲ ਰਾਈਟ ਦੀ ਵਾਇਲੇਸ਼ਨ ਹੁੰਦੀ ਹੈ
ਤਾਂ ਆਪਾਂ ਕਿੱਥੇ ਕਰ ਸਕਦੇ ਹਾਂ, ਰਿਟ ਲਗਾ ਸਕਦੇ ਹਾਂ, ਹਾਈ ਕੋਰਟ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹਾਂ। ਇਸੇ ਕਰਕੇ ਗਾਰਡੀਅਨ ਆਫ ਸੁਪਰੀਮ ਕੋਰਟ, ਗਾਰਡੀਅਨ ਆਫ ਫੰਡਾਮੈਂਟਲ ਰਾਈਟ ਕਿਹਨੂੰ ਕਿਹਾ ਜਾਂਦਾ, ਸੁਪਰੀਮ ਕੋਰਟ ਨੂੰ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਰਿਟ ਲਗਾ ਸਕਦੇ ਹਾਂ, ਜਿਹੜੀਆਂ 5 ਪ੍ਰਕਾਰ ਦੀਆਂ ਰਿਟਾਂ ਹੁੰਦੀਆਂ, ਜਿਹੜੀਆਂ ਆਪਾਂ ਅੱਗੇ ਡਿਸਕਸ ਕਰਾਂਗੇ। ਠੀਕ ਹੈ। ਹੁਣ ਇਹ ਸਵਾਲ ਬਣਦਾ, ਜਦੋਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਤਾਂ ਕਿਹੜੇ ਆਰਟੀਕਲ 'ਚ ਜਾਵਾਂਗੇ ਜੀ, ਆਰਟੀਕਲ 32। ਜੇ ਆਪਾਂ ਹਾਈ ਕੋਰਟ ਦੇ ਵਿੱਚ ਜਾਣਾ ਤਾਂ ਕਿਹੜੇ ਆਰਟੀਕਲ 'ਚ ਜਾਵਾਂਗੇ, 226। ਕਲੀਅਰ ਹੈ ਜੀ। ਹਾਂਜੀ, ਜਿਹੜੀ ਸੁਪਰੀਮ ਕੋਰਟ ਹੈ ਜਾਂ ਹਾਈ ਕੋਰਟ ਹੈ, 5 ਤਰ੍ਹਾਂ ਦੀਆਂ ਰਿਟਾਂ ਇਸ਼ੂ ਕਰ ਸਕਦੀਆਂ, ਜਿਨ੍ਹਾਂ ਵਿੱਚੋਂ ਜਿਵੇਂ ਆਪਾਂ ਲਿਖਿਆ ਹੋਇਆ ਹੈਬਸ ਕਾਰਪਸ, ਮੈਂਡਾਮਾਸ, ਪ੍ਰੋਹਿਬਿਸ਼ਨ, ਸਰੈਟੋਰੀ, ਕੋਰੈਂਟੋ। ਠੀਕ ਹੈ। ਇਹਨਾਂ ਬਾਰੇ ਆਪਾਂ ਐਕਸਪਲੇਨ ਅੱਗੇ ਕਰਾਂਗੇ। ਜਿਹੜਾ ਤੁਸੀਂ ਦੇਖ ਲਓ ਕਿ ਰਿਟਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ, 5 ਜੀ। ਹਾਈ ਕੋਰਟ ਜਾਂ ਸੁਪਰੀਮ ਕੋਰਟ। ਹਾਈ ਕੋਰਟ ਆਰਟੀਕਲ 226, ਸੁਪਰੀਮ ਕੋਰਟ ਆਰਟੀਕਲ 32 ਨੂੰ ਸੰਵਿਧਾਨ ਦੀ ਆਤਮਾ ਵੀ ਕਿਹਾ ਜਾਂਦਾ। ਅਤੇ ਆਰਟੀਕਲ 31 ਰਾਈਟ ਟੂ ਪ੍ਰੋਪਰਟੀ ਡਿਲੀਟ ਹੋ ਗਿਆ। ਉਹ ਕਿਹੜੇ ਦੇ ਵਿੱਚ ਕੀ ਬਣ ਗਿਆ ਜੀ, ਆਪਣਾ ਲੀਗਲ ਰਾਈਟ ਬਣ ਗਿਆ। ਕਿਹੜੇ ਆਰਟੀਕਲ ਦੇ ਵਿੱਚ, 300A। ਚਲੋ ਜੀ, ਨੈਕਸਟ ਸਲਾਈਡ 'ਤੇ ਆਪਾਂ ਮੂਵ ਕਰਦੇ ਹਾਂ। ਅਗਲਾ ਸਵਾਲ ਕਹਿੰਦੇ ਆ, ਵਿਚ ਆਫ ਦੀ ਫੋਲੋਇੰਗ ਆਰਟੀਕਲ ਆਫ ਦੀ ਕੌਨਸਟੀਟਿਊਸ਼ਨ ਡੀਲ ਵਿਦ ਦੀ ਫੰਡਾਮੈਂਟਲ ਡਿਊਟੀਜ਼। ਦੇਖੋ, ਇਸ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਸਿਟੀਜ਼ਨ ਡਿਸਕਸ ਕੀਤਾ, ਪਾਰਟ 2 ਦੇ ਵਿੱਚ ਸੀ। ਇਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਜੀ ਮੌਲਿਕ ਅਧਿਕਾਰ, ਪਾਰਟ 3 ਦੇ ਵਿੱਚ ਸੀ। ਇਸ ਤੋਂ ਬਾਅਦ ਡਾਇਰੈਕਟਰ ਪ੍ਰਿੰਸੀਪਲ ਸਟੇਟ ਪੋਲਿਸੀ ਆਪਾਂ ਡਿਸਕਸ ਨਹੀਂ ਕੀਤਾ, ਪਾਰਟ 4 'ਚ ਸੀ। ਬਟ ਜਿਹੜੀਆਂ ਫੰਡਾਮੈਂਟਲ ਡਿਊਟੀ ਹੈ, ਇਹ ਕਿਹੜੇ ਪਾਰਟ ਦੇ ਵਿੱਚ ਆ। ਸਭ ਤੋਂ ਪਹਿਲਾਂ ਸਵਾਲ ਇਹੀ ਬਣ ਜਾਂਦਾ, ਇਹ ਜਿਹੜਾ ਪਾਰਟ ਹੈ ਜੀ 4th A, ਜਦੋਂ ਸੰਵਿਧਾਨ ਬਣਿਆ ਸੀ ਇਹ ਨਹੀਂ ਹੈਗਾ ਸੀ, ਇਹ ਬਾਅਦ ਦੇ ਵਿੱਚ ਡਿਊਟੀਆਂ ਐਡ ਕਰਵਾਈਆਂ ਸੀ। ਇਹਦੇ ਵਿੱਚ ਸਵਾਲ ਆਪਾਂ ਨੂੰ ਕਹਿੰਦੇ ਕਿਹੜੇ ਆਰਟੀਕਲ 'ਚ ਹੈ, 51A। ਠੀਕ ਹੈ ਜੀ। ਇਹਦਾ ਆਨਸਰ ਕੀ ਹੈ, 51A। ਹੁਣ ਸਵਾਲ ਇੱਥੇ ਇਹ ਬਣਦਾ ਹੈ, ਕਿਹੜੀ ਕਮੇਟੀ ਨੇ ਕਿਹਾ ਸੀ, ਆਖਿਆ ਆਪਣੇ ਫੰਡਾਮੈਂਟਲ ਡਿਊਟੀ ਹੋਣੀਆਂ ਚਾਹੀਦੀਆਂ, ਤਾਂ ਇਹ ਕਿਹਾ ਸੀ ਜੀ ਆਪਣਾ ਸਵਰਨ ਸਿੰਘ ਕਮੇਟੀ। ਠੀਕ ਹੈ ਜੀ, ਸਵਰਨ ਸਿੰਘ ਕਮੇਟੀ। ਅਤੇ ਆਪਣੀ ਮਿੰਨੀ ਕੌਨਸਟੀਟਿਊਸ਼ਨ ਹੈ, ਜਿਹੜਾ 42ਵੀਂ ਅਮੈਂਡਮੈਂਟ ਕਿਹਾ ਜਾਂਦਾ, ਉਸ ਰਾਹੀਂ ਇਸ ਨੂੰ ਐਡ ਕੀਤਾ ਗਿਆ ਜੀ ਸੰਵਿਧਾਨ ਦੇ ਵਿੱਚ। ਕਦੋਂ ਹੋਈ ਸੀ ਜੀ ਇਹ, 1976 ਦੇ ਵਿੱਚ, 76 ਦੇ ਵਿੱਚ। ਬਟ ਉਸ ਸਮੇਂ ਇਹ 10 ਹੀ ਡਿਊਟੀਆਂ ਸੀ, 10 ਡਿਊਟੀਆਂ ਸੀ ਜਿਹੜੀਆਂ ਐਡ ਕੀਤੀਆਂ ਸੀ। ਬਟ ਜਿਹੜੀ 11ਵੀਂ ਡਿਊਟੀ ਹੈ ਇਹ ਬਾਅਦ ਦੇ ਵਿੱਚ ਐਡ ਕੀਤੀ ਸੀ। ਠੀਕ ਹੈ ਜੀ। ਚਲੋ ਜੀ, ਅਗਲੀ ਸਲਾਈਡ 'ਤੇ ਆਪਾਂ ਮੂਵ ਕਰਦੇ ਹਾਂ। ਹੁਣ ਇਹਦੇ ਵਿੱਚ ਆਪਾਂ 11 ਨੇ ਫੰਡਾਮੈਂਟਲ ਡਿਊਟੀਆਂ ਮੈਂਸ਼ਨ ਕੀਤੀਆਂ ਹੋਈਆਂ, ਇਹ ਤੁਸੀਂ ਰੀਡ ਕਰ ਲੈਣੀਆਂ, ਨੋਟ ਕਰ ਲੈਣੀਆਂ, ਇੰਪੋਰਟੈਂਟ ਨੇ। ਪੇਪਰ ਦੇ ਵਿੱਚ ਡਾਇਰੈਕਟ ਪਾ ਦੇਣਗੇ ਜੀ, ਤੁਹਾਨੂੰ 3 ਡਿਊਟੀਆਂ ਪਾ ਦੇਣਗੇ, ਚੌਥੀ ਕੋਈ ਹੋਰ ਚੀਜ਼ ਲਿਖ ਦੇਣਗੇ, ਉਹ ਤੁਹਾਨੂੰ ਪੁੱਛ ਲੈਣਗੇ ਆਖਿਰ ਇਹਨਾਂ ਦੇ ਵਿੱਚ ਦੱਸੋ ਕਿਹੜੀ ਫੰਡਾਮੈਂਟਲ ਡਿਊਟੀ ਨਹੀਂ ਹੈਗੀ। ਠੀਕ ਹੈ। ਇਹ ਸਾਰੀਆਂ ਡਿਊਟੀਆਂ ਤੁਸੀਂ ਪੜ੍ਹ ਲਿਓ। ਤੁਹਾਨੂੰ ਜਿਵੇਂ ਦੱਸਿਆ ਹੈਗਾ, ਇਹ ਜਿਹੜੀਆਂ ਫੰਡਾਮੈਂਟਲ ਡਿਊਟੀਆਂ ਕਿਹੜੇ ਸਾਲ ਐਡ ਹੋਈਆਂ, 1976 ਦੇ ਵਿੱਚ। ਠੀਕ ਹੈ ਜੀ। ਅਤੇ ਕਿਹੜੀ ਅਮੈਂਡਮੈਂਟ ਸੀ, 42ਵੀਂ ਅਮੈਂਡਮੈਂਟ ਸੀ। ਅਤੇ ਸਵਾਲ ਇਹ ਹੈ, ਸਟਾਰਟਿੰਗ ਦੇ ਵਿੱਚ ਕਿੰਨੀਆਂ ਸੀ, 10 ਡਿਊਟੀਆਂ ਸੀ। ਅਤੇ ਕਿਹੜੀ ਕਮੇਟੀ ਨੇ ਕਿਹਾ ਸੀ, ਇਹ ਸਵਰਨ ਸਿੰਘ ਕਮੇਟੀ ਨੇ। ਪਰ ਤੁਹਾਨੂੰ ਪਤਾ ਹੈ, ਹਾਂਜੀ, ਜੋ 11ਵੀਂ ਡਿਊਟੀ ਹੋਈ ਸੀ ਬਾਅਦ ਦੇ ਵਿੱਚ ਐਡ ਹੋਈ ਸੀ, ਜਿਹੜੇ ਇਹਦੇ ਵਿੱਚ ਜਾਣੀ ਕਿ ਇਹ ਕਿਹਾ ਗਿਆ ਸੀ, ਆਖਿਰ ਜਾਣੀ ਕਿ ਪੇਰੈਂਟਸ ਇਹ ਯਕੀਨੀ ਬਣਾਉਣ ਕਿ 6 ਤੋਂ ਲੈ ਕੇ 14 ਸਾਲ ਤੱਕ ਆਪਣੇ ਬੱਚਿਆਂ ਨੂੰ ਕੀ ਕਰਨ, ਪੜ੍ਹਾਉਣ। ਠੀਕ ਹੈ ਜੀ। ਜਿਵੇਂ ਡਿਊਟੀ ਸਰਕਾਰ ਪੜ੍ਹਾਵੇਗੀ, ਪਰ ਭੇਜਣ ਦੀ ਰਿਸਪੋਂਸੀਬਿਲਿਟੀ ਕਿਹਦੀ ਹੋਵੇਗੀ, ਜਾਣੀ ਕਿ ਪੇਰੈਂਟਸ ਦੀ। ਇਹ 11ਵੀਂ ਡਿਊਟੀ ਦੇ ਵਿੱਚ ਮੈਂਸ਼ਨ ਸੀ। ਚਲੋ ਜੀ, ਨੈਕਸਟ ਸਲਾਈਡ 'ਤੇ ਆਪਾਂ ਮੂਵ ਕਰਦੇ ਹਾਂ। ਨੈਕਸਟ ਸਵਾਲ ਆਪਣਾ ਇਹ ਹੈ, ਰਾਈਟ ਟੂ ਵੋਟ ਇਜ਼, ਯਾਨੀ ਕਿ ਵੋਟ ਪਾਉਣ ਦਾ ਅਧਿਕਾਰ ਹੈ, ਜਾਣੀ ਕਿ ਇਹ ਕਿਹੜਾ ਹੀ ਰਾਈਟ ਹੈ, ਪੋਲੀਟੀਕਲ ਰਾਈਟ ਹੈ, ਸਿਵਲ ਰਾਈਟ ਹੈ, ਇਕਨੋਮਿਕਸ ਰਾਈਟ ਹੈ ਜਾਂ ਲੀਗਲ ਰਾਈਟ ਹੈ। ਦੇਖੋ ਜੀ, ਜਿਹੜਾ ਵੋਟ ਪਾਉਣ ਦਾ ਅਧਿਕਾਰ ਕੀ ਹੈ, ਇਹ ਆਪਣਾ ਪੋਲੀਟੀਕਲ ਰਾਈਟ ਹੈ। ਕਿਹੜਾ ਜੀ, ਪੋਲੀਟੀਕਲ ਰਾਈਟ ਹੈ। ਹੁਣ ਇੱਥੋਂ 2 ਸਵਾਲ ਬਣ ਜਾਂਦੇ ਪੇਪਰ 'ਚ। ਇੱਕ ਤਾਂ ਇਹੀ ਰਾਈਟ ਟੂ ਵੋਟ ਕਿਹੜਾ ਅਧਿਕਾਰ ਹੈ, ਪੋਲੀਟੀਕਲ ਰਾਈਟ। ਇੱਕ ਆ ਜਾਂਦਾ ਰਾਈਟ ਟੂ ਪ੍ਰੋਪਰਟੀ, ਕਿਹੜਾ ਰਾਈਟ ਹੈ ਜੀ। ਦੇਖੋ, ਪਹਿਲਾਂ ਹੁੰਦਾ ਸੀ ਉਹ ਫੰਡਾਮੈਂਟਲ ਰਾਈਟ, ਬਸ ਬਾਅਦ ਦੇ ਵਿੱਚ ਉਹ ਹੋ ਗਿਆ ਹੁਣ ਲੀਗਲ ਰਾਈਟ। ਕਿਹੜਾ ਹੋ ਗਿਆ ਜੀ, ਲੀਗਲ ਰਾਈਟ। ਕਿਹੜਾ, ਪ੍ਰੋਪਰਟੀ ਰਾਈਟ। ਠੀਕ ਹੈ, ਪ੍ਰੋਪਰਟੀ। ਚਲੋ ਜੀ, ਅਗਲੀ ਸਲਾਈਡ 'ਤੇ ਆਪਾਂ ਮੂਵ ਕਰਦੇ ਹਾਂ। ਅਗਲਾ ਸਵਾਲ ਇਹ ਹੈ, ਆਈਡੀਅਲਸ ਆਫ ਵੈਲਫੇਅਰ ਸਟੇਟ ਆਰ ਕੰਟੇਨ ਇਨ, ਯਾਨੀ ਕਿ ਵੈਲਫੇਅਰ ਸਟੇਟ ਦਾ ਜਿਹੜਾ ਆਈਡੀਅਲਸ ਹੁੰਦਾ, ਇਹ ਆਈਡੀਅਲਸ ਹੁੰਦੇ ਨੇ, ਇਹ ਕਿਸ ਦੇ ਵਿੱਚ ਮੈਂਸ਼ਨ ਨੇ, ਇਹ ਮੈਂਸ਼ਨ ਨੇ, ਦੇਖੋ ਇਹਦੇ ਆਪਸ਼ਨ ਹੈਗੇ ਨੇ, ਫੰਡਾਮੈਂਟਲ ਰਾਈਟ, DPSP, ਪ੍ਰੈਮਬਲ, ਪਾਰਟ 7th। ਦੇਖੋ, ਜਿਹੜਾ ਵੈਲਫੇਅਰ ਸਟੇਟ ਹੈ ਇਹ ਅਸਲ ਦੇ ਵਿੱਚ ਮੈਂਸ਼ਨ ਕਿਹਦੇ ਵਿੱਚ ਹੈ ਜੀ,
ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਸਵਾਲ ਸਭ ਤੋਂ ਪਹਿਲਾਂ ਇਹ ਬਣਦਾ, ਜਿਵੇਂ ਸਿਟੀਜ਼ਨਸ਼ਿਪ ਆਪਾਂ ਕਿਹਤੋਂ ਲਈ? ਬ੍ਰਿਟੇਨ ਤੋਂ। ਫੰਡਾਮੈਂਟਲ ਰਾਈਟ ਕਿਹਤੋਂ ਲਏ ਆਪਾਂ? USA ਤੋਂ। ਅਤੇ ਫੰਡਾਮੈਂਟਲ ਡਿਊਟੀ ਕਿਹਤੋਂ ਲਈ? USSR ਤੋਂ। 5 ਈਅਰ ਪਲਾਨ ਕਿਹਤੋਂ ਲਏ? ਉਹ ਵੀ ਆਪਾਂ USSR ਤੋਂ। ਬਟ ਪੰਗਾ ਆ ਗਿਆ ਜੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਇਹ ਲਏ ਆ ਜੀ ਆਪਾਂ ਆਇਰਲੈਂਡ ਤੋਂ। ਕਿਹਤੋਂ ਲਏ ਆ ਜੀ? ਆਇਰਲੈਂਡ ਤੋਂ। ਹੁਣ ਸਵਾਲ ਇੱਥੇ ਬਣਦਾ ਕਿਹੜੇ ਪਾਰਟ ਦੇ ਵਿੱਚ ਹੈ? ਇਹ ਪਾਰਟ 4 ਦੇ ਵਿੱਚ ਹੈ, ਆਰਟੀਕਲ 37 ਤੋਂ ਲੈ ਕੇ 51। ਠੀਕ ਹੈ, ਇਹਦੇ ਵਿੱਚ ਫ਼ਰਕ ਕੀ ਹੈ ਜੀ? ਦੇਖੋ ਫੰਡਾਮੈਂਟਲ ਰਾਈਟ ਦੇ ਵਿੱਚ ਆਪਾਂ ਕੀ ਕਰ ਸਕਦੇ ਸੀ, ਜਾਣੀ ਕਿ ਜੇ ਆਪਣਾ ਕੋਈ ਫੰਡਾਮੈਂਟਲ ਰਾਈਟ ਦੀ ਵਾਇਲੇਸ਼ਨ ਹੁੰਦੀ ਸੀ, ਉਲੰਘਣਾ ਹੁੰਦੀ ਸੀ, ਆਪਾਂ ਸਿੱਧਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਸੀ। ਬਟ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪੋਲਿਸੀ ਦੇ ਵਿੱਚ ਇਹ ਚੀਜ਼ ਨਹੀਂ ਹੈਗੀ, ਇਹ ਇਨਫੋਰਸੇਬਲ ਨਹੀਂ ਹੈਗੇ। ਜੇ ਸਰਕਾਰ ਕਰਦੀ ਹੈ ਠੀਕ ਹੈ, ਨਹੀਂ ਕਰਦੀ ਤਾਂ ਵੀ ਠੀਕ ਹੈ, ਕਿਉਂਕਿ ਇਹ ਇੱਕ ਤਰ੍ਹਾਂ ਦਾ ਕੀ ਹੈ ਜੀ, ਚਾਲ ਹੀ ਹੈ ਸਰਕਾਰ ਦੀ। ਜਿਵੇਂ ਹੁਣ ਜਿਵੇਂ ਆਟਾ ਦਾਲ ਸਕੀਮ ਹੈ, ਠੀਕ ਹੈ, ਮਿਡ ਡੇ ਮੀਲ ਹੈ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਕਾਹਦੇ ਵਿੱਚ ਆਉਂਦੀਆਂ? ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ। ਜੇ ਸਰਕਾਰ ਕੋਲ ਫੰਡ ਹੋਣਗੇ ਤਾਂ ਕਰ ਲੇਗੀ, ਅਦਰਵਾਈਜ਼ ਨਹੀਂ ਕਰੇਗੀ। ਐਂ ਨਹੀਂ ਹੈਗਾ ਬਸ ਸਰਕਾਰ ਨੂੰ ਧੱਕੇ ਨਾਲ ਕਹਾਂਗੇ ਕਿ ਸਾਡੇ ਲਈ ਇਹ ਸਹੂਲਤ ਲਿਆਂਦੀ ਜਾਵੇ। ਠੀਕ ਹੈ ਜੀ, ਕਿਹੜੇ ਚਾਹੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਅਤੇ ਜਿਹੜੇ ਇਹ ਹੈ ਅੱਗੇ 3 ਹਿੱਸਿਆਂ ਦੇ ਵਿੱਚ ਅੱਗੇ ਟੁੱਟਣਗੇ, ਆਪਾਂ ਅੱਗੇ ਡਿਸਕਸ ਕਰਾਂਗੇ। ਚਲੋ ਜੀ, ਅਗਲਾ ਹੈਗਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਬਾਰੇ ਥੋੜ੍ਹਾ ਜਿਹਾ ਮੈਂਸ਼ਨ ਕੀਤਾ ਹੈ ਕਿੰਨੇ ਤਰ੍ਹਾਂ ਦੇ ਪ੍ਰਿੰਸੀਪਲ ਨੇ ਇਹਦੇ ਵਿੱਚ। ਇਹ 3 ਪ੍ਰਕਾਰ ਦੇ ਹੈ, ਸੋਸ਼ਲਿਸਟ ਪ੍ਰਿੰਸੀਪਲ, ਗਾਂਧੀਅਨ ਪ੍ਰਿੰਸੀਪਲ ਐਂਡ ਲਿਬਰਲ ਪ੍ਰਿੰਸੀਪਲ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪੋਲਿਸੀ। ਵੈਸੇ ਡਿਸਕਸ ਕਰ ਲਿਆ ਆਪਾਂ, ਆਇਰਲੈਂਡ ਤੋਂ ਲਈ ਹੈ। ਠੀਕ ਹੈ, ਕਿਹੜੇ ਪਾਰਟ 'ਚ ਆਉਂਦਾ? 4th ਪਾਰਟ ਦੇ ਵਿੱਚ ਆਉਂਦਾ। ਕਿਹੜੇ ਪਾਰਟ 'ਚ ਆਉਂਦਾ ਜੀ? 4th। ਆਰਟੀਕਲ ਹੈਗਾ 36 ਤੋਂ ਲੈ ਕੇ 51 ਤੱਕ। ਹੁਣ ਇਹਦੇ 3 ਪ੍ਰਕਾਰ ਦੇ ਕਿਹੜੇ ਨੇ? ਸੋਸ਼ਲਿਸਟ, ਗਾਂਧੀਅਨ ਅਤੇ ਲਿਬਰਲ। ਆਰਟੀਕਲ ਇਹਦੇ ਵਿੱਚ ਮੈਂਸ਼ਨ ਕੀਤੇ ਆ, ਆਖਿਆ ਸੋਸ਼ਲਿਸਟ ਦੇ ਵਿੱਚ ਕਿਹੜੇ ਨੇ ਆਉਂਦੇ ਨੇ, ਜਿਵੇਂ 38, 39, 39A, 41, 42, 43A, 47। ਇਹ ਸਾਰੇ ਕਿਹਦੇ ਵਿੱਚ ਆਉਂਦੇ ਨੇ? ਸੋਸ਼ਲਿਸਟ ਪ੍ਰਿੰਸੀਪਲ। ਇਹਨਾਂ ਬਾਰੇ ਐਕਸਪਲੇਨ ਜਿਹੜਾ ਅਗਲੇ ਕਲਾਸ ਦੇ ਵਿੱਚ ਜਾਂ ਆਉਣ ਵਾਲੇ ਟਾਈਮ 'ਚ ਕਰਾਂਗੇ। ਕੇਰਾਂ ਇਹਨੂੰ ਸਮਝ ਲਓ ਕਿ ਸੋਸ਼ਲਿਸਟ ਪ੍ਰਿੰਸੀਪਲ ਕਿਹਦੇ ਵਿੱਚ ਆਉਂਦੇ ਨੇ? ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ। ਇਸੇ ਤਰ੍ਹਾਂ ਗਾਂਧੀਅਨ ਪ੍ਰਿੰਸੀਪਲ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵਿੱਚ ਆਰਟੀਕਲ 40 ਪੇਪਰ 'ਚ ਵਾਰ ਪੁੱਛਿਆ ਜਾਂਦਾ ਗ੍ਰਾਮ ਪੰਚਾਇਤ ਬਾਰੇ। ਠੀਕ ਹੈ, 43, 43B, 46, 47, 48 ਇਹ ਕੀ 'ਚ ਆਉਂਦਾ? ਗਾਂਧੀਅਨ ਪ੍ਰਿੰਸੀਪਲ 'ਚ। ਅੱਗੇ ਹੈਗਾ ਲਿਬਰਲ ਪ੍ਰਿੰਸੀਪਲ, ਇਹ ਅੱਗੇ ਰਹਿ ਗਏ ਜਿਹੜੇ 44, 45, 48, 49 ਅਤੇ 50 ਅਤੇ 51, ਇਹ ਲਿਬਰਲ 'ਚ ਆ ਗਏ, ਉਦਾਰਵਾਦੀ। ਠੀਕ ਹੈ ਜੀ, ਤੁਸੀਂ ਬਸ ਧਿਆਨ ਰੱਖਣਾ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪੋਲਿਸੀ ਇਨਫੋਰਸੇਬਲ ਨਹੀਂ ਹੈਗੇ। ਅਤੇ ਇਹਦੇ ਵਿੱਚ 3 ਤਰ੍ਹਾਂ ਦੇ ਆਉਂਦੇ ਆ, ਸੋਸ਼ਲਿਸਟ, ਗਾਂਧੀਅਨ ਅਤੇ ਲਿਬਰਲ। ਗਾਂਧੀਅਨ ਪ੍ਰਿੰਸੀਪਲ 'ਤੇ ਜ਼ਿਆਦਾ ਧਿਆਨ ਦੇਣਾ, ਪੇਪਰ 'ਚ ਵਾਰ ਪੁੱਛਿਆ ਜਾਂਦਾ। ਆਰਟੀਕਲ 40, 39A ਪੁੱਛਿਆ ਜਾਂਦਾ, ਫ੍ਰੀ ਲੀਗਲ ਏਡ। ਆਰਟੀਕਲ 39A ਜਿਹੜਾ ਸੋਸ਼ਲਿਸਟ ਪ੍ਰਿੰਸੀਪਲ 'ਚ ਆਉਂਦਾ ਗਾ। ਠੀਕ ਹੈ ਜੀ, ਬਾਕੀ ਆਪਾਂ ਇਹਨਾਂ ਆਰਟੀਕਲਾਂ ਦੀ ਜਿਹੜੀ ਐਕਸਪਲੇਨੇਸ਼ਨ ਵਧੀਆ ਢੰਗ ਨਾਲ ਕਰਾਂਗੇ। ਜਿਵੇਂ ਆਪਾਂ ਨੂੰ ਪਤਾ ਹੈ ਜਿਹੜੇ ਫੰਡਾਮੈਂਟਲ ਰਾਈਟ ਹੈ 14 ਤੋਂ ਲੈ ਕੇ 35 ਤੱਕ, ਉਹ ਵੀ ਆਪਾਂ ਐਕਸਪਲੇਨ ਹਜੇ ਖੁੱਲ੍ਹ ਕੇ ਨਹੀਂ ਕੀਤੇ, ਜਸਟ ਓਵਰਵਿਊ ਲੈ ਰਹੇ ਹਾਂ। ਅਤੇ ਜਿਹੜਾ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪੋਲਿਸੀ ਹੈ, ਇਹਨਾਂ ਨੂੰ ਵੀ ਆਪਾਂ ਵਧੀਆ ਢੰਗ ਨਾਲ ਡਿਸਕਸ ਕਰਾਂਗੇ। ਚਲੋ ਜੀ, ਅਗਲੀ ਸਲਾਈਡ 'ਤੇ ਆਪਾਂ ਮੂਵ ਕਰਦੇ ਹਾਂ। ਨੈਕਸਟ ਸਵਾਲ ਹੈਗਾ ਵਿਚ ਵਨ ਆਫ ਦੀ ਫੋਲੋਇੰਗ ਰਿਟਸ ਲਿਟਰੇਰੀ ਮੀਨਸ ਵਾਟ ਇਜ਼ ਯੂਅਰ ਅਥੋਰਿਟੀ। ਦੇਖੋ ਇਹ ਆਪਾਂ ਵੈਸੇ ਡਿਸਕਸ ਕਰ ਚੁੱਕੇ ਹਾਂ, ਡਿਸਕਸ ਤਾਂ ਨਹੀਂ ਕੀਤਾ, ਇਹਨੂੰ ਐਕਸਪਲੇਨ ਨਾਲ ਨਹੀਂ ਡਿਸਕਸ ਕੀਤਾ। ਪਰ ਸਵਾਲ ਇਹ ਹੈ ਕੀ ਚੀਜ਼? ਰਿਟ ਦੇ ਵਿੱਚ ਸਵਾਲ ਆਇਆ ਹੋਇਆ, ਸੋ ਉਹਨੂੰ ਰਿਟ ਸਮਝਾ ਚੁੱਕੇ ਹਾਂ। ਜੇ ਸੁਪਰੀਮ ਕੋਰਟ ਜਾਵਾਂਗੇ ਆਰਟੀਕਲ 32, ਜੇ ਹਾਈ ਕੋਰਟ ਜਾਵਾਂਗੇ ਆਰਟੀਕਲ 226। ਠੀਕ ਹੈ ਜੀ, ਆਰਟੀਕਲ 226। ਹੁਣ ਇੱਥੇ ਸਵਾਲ ਹੈ ਵਾਟ ਇਜ਼ ਯੂਅਰ ਅਥੋਰਿਟੀ, ਮਤਲਬ ਇਹ ਮਤਲਬ ਹੈ 5 ਰਿਟਾਂ ਗੇ, ਉਹਨਾਂ ਦੇ ਅਲੱਗ-ਅਲੱਗ 5 ਮੀਨਿੰਗ ਹੈ। ਹੁਣ ਉਹਦੇ ਵਿੱਚ ਲਿਖਿਆ ਹੋਇਆ ਵਾਟ ਇਜ਼ ਯੂਅਰ ਅਥੋਰਿਟੀ, ਯਾਨੀ ਕਿ ਤੁਹਾਡੀ ਅਥੋਰਿਟੀ ਕੀ ਹੈ, ਕਿਹੜੀ ਰਿਟ 'ਚ ਮੈਂਸ਼ਨ ਹੈ। ਇਹਦੇ ਆਪਸ਼ਨ ਹੈਗੇ ਨੇ ਹੈਵੀਅਸ ਕਾਰਪਸ, ਸੈਰੇਟੋਰੀ, ਕਿਉ ਰੈਂਟੋ, ਪ੍ਰੋਹੀਬਿਸ਼ਨ। ਇਹਦਾ ਸਹੀ ਆਨਸਰ ਹੈਗਾ ਜੀ ਕਿਉ ਰੈਂਟੋ। ਅੱਗੇ ਰਿਟਾਂ ਨੂੰ ਆਪਾਂ ਵਧੀਆ ਢੰਗ ਨਾਲ ਕਰਾਂਗੇ। ਵੈਸੇ ਪੇਪਰ 'ਚ ਇਸ ਨੂੰ ਆ ਜੇ ਕਿੰਨੇ ਪ੍ਰਕਾਰ ਦੀਆਂ ਰਿਟਸ ਹੁੰਦੀਆਂ? 5 ਪ੍ਰਕਾਰ ਦੀਆਂ ਰਿਟਸ ਹੁੰਦੀਆਂ ਜੀ। ਠੀਕ ਹੈ, ਹੈਵੀਅਸ ਕਾਰਪਸ, ਸੈਰੇਟੋਰੀ, ਕਿਉ ਰੈਂਟੋ, ਪ੍ਰੋਹੀਬਿਸ਼ਨ। ਠੀਕ ਹੈ, ਅਤੇ ਇੱਕ ਹੁੰਦੀ ਹੈ ਮੈਂਡਾਮਸ। ਚਲੋ ਜੀ, ਇਸ ਦੇ ਵਿੱਚ ਆਪਾਂ ਪੂਰੀਆਂ 5 ਦੀਆਂ 5 ਰਿਟਾਂ ਜਿਹੜੀਆਂ ਡਿਸਕਸ ਕੀਤੀਆਂ ਹੋਈਆਂ। ਸਭ ਤੋਂ ਪਹਿਲੀ ਹੈਗੀ ਹੈ ਹੈਵੀਅਸ ਕਾਰਪਸ, ਦੂਜੀ ਹੈਗੀ ਹੈ ਮੈਂਡਾਮਸ, ਤੀਸਰੀ ਹੈਗੀ ਹੈ ਸੈਰੇਟੋਰੀ, ਚੌਥੀ ਹੈਗੀ ਹੈ ਪ੍ਰੋਹੀਬਿਸ਼ਨ, 5ਵੀਂ ਹੈਗੀ ਹੈ ਕਿਉ ਰੈਂਟੋ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ
ਹਾਂਜੀ, ਆਪਾਂ ਡਿਸਕਸ ਕਰ ਰਹੇ ਸੀ ਹੈਬਸ ਕਾਰਪਸ, ਮੈਂਡਾਮਾਸ, ਸੈਰੇਟਰੀ ਤੇ ਪ੍ਰੋਹਿਬਿਸ਼ਨ ਔਰ ਕਿਉਰੈਂਟੋ। ਇਹਦੇ ਵਿੱਚ ਆਪਾਂ 5 ਰੇਟਾਂ ਨੂੰ ਅਸਾਂ ਐਕਸਪਲੇਨ ਕਰਾਂਗੇ। ਹੈਬਸ ਕਾਰਪਸ ਦੇ ਵਿੱਚ ਕੀ ਹੁੰਦਾ ਗਾ, ਵਿਦਾਊਟ ਵਾਰੰਟ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਕੁਝ ਐਕਸੈਪਸ਼ਨ ਨੂੰ ਛੱਡ ਕੇ। ਅਤੇ ਜਾਣੀ ਕਿ ਜੇ ਆਪਾਂ ਕਿਸੇ ਨੂੰ ਗ੍ਰਿਫਤਾਰ ਕੀਤਾ ਵਿਦਾਊਟ ਵਾਰੰਟ ਤਾਂ ਉਸ ਨੂੰ ਆਪਾਂ ਨੂੰ ਛੱਡਣਾ ਪਊਗਾ। ਇਹ ਹੈਬਸ ਕਾਰਪਸ ਜਾਣੀ ਕਿ ਕਹਿੰਦੀ ਹੈ। ਇਹ ਤੋਂ ਬਾਅਦ ਮੈਂਡਾਮਸ ਦੇ ਵਿੱਚ ਕੀ ਹੈ, ਕੀ ਕਿਹਾ ਜਾਂਦਾ, ਜਿਹਦੇ ਵਿੱਚ ਕੋਈ ਵੀ ਕੋਰਟ, ਹਾਈ ਕੋਰਟ ਜਾਂ ਸੁਪਰੀਮ ਕੋਰਟ ਕਿਸੇ ਅਥਾਰਟੀ ਨੂੰ, ਕਿਸੇ ਪਰਸਨ ਨੂੰ ਉਹਨੂੰ ਆਪਦੀ ਡਿਊਟੀ ਲਈ ਕਹਿੰਦੀ ਹੈ ਕਿ ਉਹ ਆਪਦੀ ਜਿਹੜੀ ਡਿਊਟੀ ਤੋਂ ਡਿਨਾਈ ਨਾ ਕਰੇ, ਇਹ ਮੈਂਡਾਮਸ ਕਹਿੰਦੀ ਹੈ। ਸੈਰੇਟਰੀ ਅਤੇ ਪ੍ਰੋਹਿਬਿਸ਼ਨ ਦੋਨੇ ਹੈ ਜਿਹੜੀਆਂ ਇਹ ਕੋਰਟ ਨਾਲ ਸੰਬੰਧਿਤ ਹੈ। ਜਿਹੜੀ ਪ੍ਰੋਹਿਬਿਸ਼ਨ ਹੈ ਇਹਦੇ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਆਪਦੀ ਲੋਅਰ ਕੋਰਟ ਨੂੰ ਕਹਿ ਦਿੰਦੀ ਹੈ ਕਿ ਤੂੰ ਆਪ ਜਿਹੜੀ ਪ੍ਰੋਸੀਡਿੰਗ ਹੈ ਕੀ ਕਰਦੇ, ਬੰਦ ਕਰ ਦੇ। ਉਹ ਆਪ ਖੁਦ ਹੀ ਜਾਣੀ ਕਿ ਸੁਪੀਰੀਅਰ ਜਿਹੜੀ ਕੋਰਟ ਹੋਊਗੀ ਉਹ ਆਪਦਾ ਦੇਖ ਲਏਗੀ। ਸੈਰੇਟਰੀ ਦੇ ਵਿੱਚ ਕੀ ਹੁੰਦਾ ਗਾ, ਉਹਦੇ ਵਿੱਚ ਜਿੰਨੇ ਵੀ ਮਾਮਲੇ ਲੋਅਰ ਕੋਰਟ ਦੇ ਵਿੱਚ ਚੱਲ ਰਹੇ ਹੁੰਦੇ ਆ ਉਸ ਨੂੰ ਰੋਕ ਕੇ ਉਹ ਆਪਦੇ ਕੋਲੇ ਲੈ ਲੈਂਦੀ ਹੈ। ਠੀਕ ਹੈ, ਇਹਨੂੰ ਬੋਲਿਆ ਜਾਂਦਾ ਸੈਰੇਟਰੀ। ਔਰ ਕੋਹਰੈਂਟੋ ਕੀ ਕਹਿੰਦੀ ਹੈ, ਮੰਨ ਲਓ ਕੋਈ ਵਿਅਕਤੀ ਕਿਸੇ ਅਹੁਦੇ 'ਤੇ ਨਾ ਹੋ ਕੇ ਉਸ ਅਹੁਦੇ ਦਾ ਕੰਮ ਕਰ ਰਿਹਾ ਹੁੰਦਾ ਗਾ, ਤਾਂ ਉਦੋਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਉਸ ਵਿਅਕਤੀ ਤੋਂ ਜਾਣੀ ਕਿ ਪ੍ਰੂਫ ਮੰਗ ਸਕਦੀ ਹੈ ਅਪੁਆਇੰਟਮੈਂਟ ਦੇ। ਇਹਨਾਂ ਸਾਰਿਆਂ 5 ਰੇਟਾਂ ਲਗਾ ਸਕਦੇ ਹਾਂ, ਜਿਹਨੂੰ ਆਰਟੀਕਲ 32 ਔਰ ਆਰਟੀਕਲ 226 ਹਾਈ ਕੋਰਟ ਤਹਿਤ ਆਉਂਦੀਆਂ ਹੈਗੀਆਂ। ਠੀਕ ਹੈ ਜੀ, ਇਹ 5 ਰੇਟਾਂ ਧਿਆਨ ਰੱਖਿਓ, ਪੇਪਰ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਅਗਲੇ ਸਲਾਈਡ 'ਤੇ ਮੂਵ ਕਰਦੇ ਹਾਂ। ਅਗਲਾ ਸਵਾਲ ਹੈਗਾ, ਡਿਊਲ ਗਵਰਨਮੈਂਟ ਇਜ਼ ਦਾ ਫੀਚਰ ਆਫ, ਯਾਨੀ ਕਿ ਡਿਊਲ ਗਵਰਨਮੈਂਟ ਕਿਹਦੀ ਫੀਚਰ ਹੈ। ਇਹਦੇ ਆਪਸ਼ਨ ਹੈਗੇ ਨੇ ਯੂਨਿਟਰੀ ਗਵਰਨਮੈਂਟ, ਫੈਡਰਲ ਗਵਰਨਮੈਂਟ, ਪਾਰਲੀਮੈਂਟਰੀ ਗਵਰਨਮੈਂਟ ਔਰ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ। ਦੇਖੋ ਇਹਦਾ ਆਨਸਰ ਹੈਗਾ ਜੀ ਫੈਡਰਲ ਗਵਰਨਮੈਂਟ। ਫੈਡਰਲ ਗਵਰਨਮੈਂਟ ਕਿਹੜੀ ਹੁੰਦੀ ਹੈ, ਜਦੋਂ ਮੰਨ ਲਓ ਦੋ ਸਰਕਾਰਾਂ ਇੱਕ ਸਾਥ ਕੰਮ ਕਰਦੀਆਂ ਹੁੰਦੀਆਂ, ਦੋ ਸਰਕਾਰਾਂ ਕੰਮ ਕਰ ਰਹੀਆਂ ਹੁੰਦੀਆਂ। ਜਿਵੇਂ ਅਮਰੀਕਾ ਦੇ ਵਿੱਚ ਕੀ ਹੈ, ਇੱਕ ਸੈਂਟਰ ਹੈ, ਇੱਕ ਉਹਨੂੰ ਮਿਲ ਕੇ ਸਟੇਟ ਕੰਮ ਕਰ ਰਹੀ ਹੈ। ਇੱਕ ਸੈਂਟਰ ਦੇ ਦੁਆਲੇ ਸਟੇਟ ਕੰਮ ਕਰ ਰਹੀ ਹੈ। ਸੈਂਟਰ ਦੇ ਵਿੱਚ ਸਟੇਟ ਨਹੀਂ ਦਖਲਅੰਦਾਜ਼ੀ ਕਰੂਗਾ ਔਰ ਸਟੇਟ ਦੇ ਵਿੱਚ ਸੈਂਟਰ ਨਹੀਂ ਦਖਲਅੰਦਾਜ਼ੀ ਕਰੂਗਾ। ਇਹਨੂੰ ਬੋਲਿਆ ਜਾਂਦਾ ਜੀ ਫੈਡਰਲ ਗੌਰਮੈਂਟ। ਪਰ ਇੰਡੀਆ ਦੇ ਵਿੱਚ ਕਿਹੜੀ ਹੈ ਜੀ, ਕੁਆਸੀ ਫੈਡਰਲ। ਠੀਕ ਹੈ ਜੀ, ਇੰਡੀਆ ਦੇ ਵਿੱਚ ਕਿਹੜੀ ਗੌਰਮੈਂਟ ਹੈ, ਕੁਆਸੀ ਫੈਡਰਲ। ਕਿਉਂਕਿ ਸਟੇਟ ਅਤੇ ਜਿਹੜੇ ਆਪਣੇ ਸੈਂਟਰ ਹੈ ਦੋਨੋਂ ਵੈਸੇ ਸੈਪਰੇਟ ਕੰਮ ਕਰਦੇ ਆ, ਬਸ ਕਿਸੇ ਕੰਡੀਸ਼ਨ ਆ ਜਿਵੇਂ ਨੈਸ਼ਨਲ ਐਮਰਜੈਂਸੀ, ਕੋਈ ਹੋਰ ਗਵਰਨਰ ਦੀ ਅਪੁਆਇੰਟਮੈਂਟ, ਉੱਥੇ ਦੋਨੋਂ ਜਾਣੀ ਕਿ ਸੈਂਟਰ ਆ ਜਿਹੜਾ ਸਟੇਟ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰਦਾ ਗਾ, ਇਸੇ ਕਰਕੇ ਉੱਥੇ ਕੀ ਕਿਹਾ ਜਾਂਦਾ, ਕੁਆਸੀ ਫੈਡਰਲ। ਚਲੋ ਜੀ, ਅਗਲੀ ਸਲਾਈਡ 'ਤੇ ਆਪਾਂ ਮੂਵ ਕਰਦੇ ਹਾਂ। ਦਾ ਅਸੈਸ਼ਨਲ ਫੀਚਰ ਆਫ ਡੈਮੋਕਰੇਸੀ ਇਜ਼ ਗਿਵਿੰਗ ਪ੍ਰੋਮੀਨੈਂਸ ਟੂ ਦਾ। ਦੇਖੋ ਜੀ, ਡੈਮੋਕਰੇਸੀ ਲੋਕਤੰਤਰ, ਇਹ ਪਹਿਲੀ ਜੇ ਡੈਮੋਕਰੇਸੀ ਉੱਥੇ ਹੀ ਹੋਊਗਾ ਜਿੱਥੇ ਲੋਕ ਹੋਊਗਾ। ਸੋ ਸਭ ਤੋਂ ਵੱਡੀ ਫੀਚਰ ਇਹੀ ਹੈ ਕਿ ਜਿੱਥੇ ਸਭ ਤੋਂ ਵੱਡੀ ਫੀਚਰ ਇਸਦੀ ਇਹੀ ਹੈ। ਠੀਕ ਹੈ, ਜੋ ਕੁਐਸਚਨ ਅੱਗੇ ਟੱਪ ਗਿਆ ਉਦੋਂ ਕੁਐਸਚਨ ਨੂੰ ਆਪਾਂ ਡਿਸਕਸ ਕਰ ਲਈਏ ਤਾਂ ਉਹਦਾ ਆਨਸਰ ਹੈਗਾ ਜੀ ਸਿਟੀਜ਼ਨ। ਉਹਦਾ ਆਨਸਰ ਕੀ ਹੈ 10ਵੇਂ ਸਵਾਲ ਦਾ, ਸਿਟੀਜ਼ਨ। ਆਨਸਰ ਕੀ ਹੈ, ਸਿਟੀਜ਼ਨ। ਚਲੋ ਇਸ ਕੁਐਸਚਨ ਨੂੰ ਆਪਾਂ ਡਿਸਕਸ ਕਰਦੇ ਹਾਂ। ਵਿਚ ਆਫ ਦੀ ਫੋਲੋਇੰਗ ਫੰਡਾਮੈਂਟਲ ਰਾਈਟ ਇਜ਼ ਗਿਵਨ ਇਨ ਆਰਟੀਕਲ 21। 21 ਆਰਟੀਕਲ ਦੇ ਵਿੱਚ ਕੀ ਆਉਂਦਾ ਗਾ। ਵੈਸੇ ਜਿਹੜਾ ਆਰਟੀਕਲ 21 ਆਪਾਂ ਡਿਸਕਸ ਕਰ ਚੁੱਕੇ ਹਾਂ, ਇਹ ਆਰਟੀਕਲ ਆਫ ਫਰੀਡਮ ਐਂਡ ਐਕਸਪ੍ਰੈਸ਼ਨ ਦੇ ਵਿੱਚ ਆਉਂਦਾ ਗਾ, ਜਿਹਦੇ ਵਿੱਚ 19, 20, 21 ਅਤੇ 22 ਆਰਟੀਕਲ ਆਉਂਦੇ ਆ। ਜਿਹੜਾ 21 ਆਰਟੀਕਲ ਆ ਇਹ ਕਿਹਦੇ ਵਿੱਚ ਆਉਂਦਾ ਜੀ, ਰਾਈਟ ਟੂ ਲਾਈਫ। ਕਿਹੜੇ ਆਰਟੀਕਲ 'ਚ ਆਉਂਦਾ, ਰਾਈਟ ਕਿਹੜਾ, ਜਾਣੀ ਕਿ ਕੀ ਹੈ ਇਹਦੀ ਐਕਸਪਲੇਨੇਸ਼ਨ, ਰਾਈਟ ਟੂ ਲਾਈਫ। ਠੀਕ ਹੈ ਜੀ, ਇੱਕ 21A ਆਰਟੀਕਲ ਵੀ ਹੈ ਜਿਹਦੇ ਵਿੱਚ ਐਜੂਕੇਸ਼ਨ ਰਾਈਟ ਬਾਰੇ ਆਉਂਦਾ। ਠੀਕ ਹੈ, ਐਜੂਕੇਸ਼ਨ ਰਾਈਟ ਬਾਰੇ ਆਉਂਦਾ, ਜਿਹੜਾ ਬਾਅਦ ਦੇ ਵਿੱਚ ਐਡ ਕੀਤਾ ਗਿਆ ਸੀ। ਚਲੋ ਜੀ, ਅਗਲੀ ਸਲਾਈਡ 'ਤੇ ਮੂਵ ਕਰਦੇ ਹਾਂ। ਹਾਊ ਮੈਨੀ ਫੰਡਾਮੈਂਟਲ ਰਾਈਟ ਆਰ ਮੈਂਸ਼ਨ ਇਨ ਇੰਡੀਅਨ ਕੌਨਸਟੀਟਿਊਸ਼ਨ। ਮਤਲਬ ਭਾਰਤੀ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਰਾਈਟ ਕਿੰਨੇ ਮੈਂਸ਼ਨ ਨੇ। ਦੇਖੋ, ਜਦੋਂ ਸਟਾਰਟਿੰਗ ਦੇ ਵਿੱਚ ਭਾਰਤੀ ਸੰਵਿਧਾਨ ਬਣਿਆ ਸੀ ਉੱਥੇ 7 ਫੰਡਾਮੈਂਟਲ ਕੀ ਸੀ, ਰਾਈਟ ਸੀ। ਠੀਕ ਹੈ, ਬਟ 1978 ਆਉਂਦੇ ਰਾਈਟ ਟੂ ਪ੍ਰੋਪਰਟੀ ਨੂੰ ਕੀ ਕਰਤਾ, ਡਿਲੀਟ ਕਰਤਾ। ਰਾਈਟ ਟੂ ਪ੍ਰੋਪਰਟੀ ਨੂੰ ਡਿਲੀਟ ਕਰਤਾ, ਜਿਹਦੇ ਕਰਕੇ ਐਟ ਪ੍ਰੈਜੈਂਟ ਕਿੰਨੇ ਆ ਜੀ, 6 ਆਰਟੀਕਲ। ਠੀਕ ਹੈ, ਤੋ ਇਹਦਾ ਆਨਸਰ ਕੀ ਹੈ, 6। ਪੇਪਰ 'ਚ ਪੁੱਛ ਲੈਂਦੇ ਆ ਕਿਹੜੀ ਅਮੈਂਡਮੈਂਟ ਰਾਹੀਂ ਕੀਤਾ ਸੀ, ਉਹ 44ਵੀਂ 44 ਅਮੈਂਡਮੈਂਟ ਰਾਹੀਂ ਪ੍ਰੋਪਰਟੀ ਨੂੰ ਕੀ ਕਰਤਾ ਸੀ, ਲਾ ਆਫ ਪ੍ਰੋਪਰਟੀ ਨੂੰ ਡਿਲੀਟ ਕਰਤਾ ਸੀ। ਅਤੇ ਉਹ ਅੱਜ ਲੀਗਲ ਰਾਈਟ ਹੈ ਆਰਟੀਕਲ 300A। ਠੀਕ ਹੈ ਜੀ, ਆਰਟੀਕਲ 300A ਲੀਗਲ ਰਾਈਟ ਕਿਹਦੀ ਗੱਲ ਚੱਲ ਰਹੀ ਹੈ, ਪ੍ਰੋਪਰਟੀ ਦੀ। ਠੀਕ ਹੈ ਜੀ, ਅਗਲੀ ਸਲਾਈਡ 'ਤੇ ਆਪਾਂ ਮੂਵ ਕਰਦੇ ਹਾਂ। ਹੂ ਕੈਨ ਇੰਪੋਜ਼ ਰੀਜ਼ਨੇਬਲ ਰੈਸਟ੍ਰਿਕਸ਼ਨਸ ਓਵਰ ਫੰਡਾਮੈਂਟਲ ਰਾਈਟ। ਯਾਨੀ ਕਿ ਫੰਡਾਮੈਂਟਲ ਰਾਈਟ ਦੇ ਉੱਤੇ ਰਿਸਟ੍ਰਿਕਸ਼ਨਸ ਕੌਣ ਲਗਾ ਸਕਦਾ। ਦੇਖੋ, ਫੰਡਾਮੈਂਟਲ ਰਾਈਟ
ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਬਣਦਾ, ਪਹਿਲਾਂ ਡਿਸਕਸ ਵੀ ਕਰ ਚੁੱਕੇ ਹਾਂ, ਫੰਡਾਮੈਂਟਲ ਰਾਈਟ ਆਪਾਂ ਕਿਤੋਂ ਲਏ ਆ? USA ਤੋਂ। ਕਿਤੋਂ ਲਏ ਆ ਜੀ? USA ਤੋਂ। ਫੰਡਾਮੈਂਟਲ ਡਿਊਟੀ ਕਿਤੋਂ ਲਈਆਂ? USSR ਤੋਂ। ਪਰ ਜਿਹੜੇ ਇਹਨਾਂ ਦੇ ਉੱਤੇ ਕੰਟਰੋਲ, ਇਹਨਾਂ ਨੂੰ ਬੰਨ ਕੌਣ ਸਕਦਾ? ਇਹ ਹੈਗਾ ਪਾਰਲੀਮੈਂਟ। ਆਨਸਰ ਕੀ ਹੈ? ਪਾਰਲੀਮੈਂਟ। ਹੁਣ ਆਪਾਂ ਫੰਡਾਮੈਂਟਲ ਰਾਈਟ ਕੀਤਾ ਸੀ ਆਰਟੀਕਲ 12 ਤੋਂ ਲੈ ਕੇ 35 ਤੱਕ, ਪਰ 2 ਆਰਟੀਕਲ ਇੱਦਾਂ ਦੇ ਹੈ ਜਦੋਂ ਨੈਸ਼ਨਲ ਐਮਰਜੈਂਸੀ ਵਗੈਰਾ ਲੱਗਦੀ ਹੈ, ਜਿਹੜੇ ਸਾਰੇ ਦੇ ਸਾਰੇ ਆਰਟੀਕਲ ਕੀ ਹੋ ਜਾਂਦੇ ਆ, ਜਾਣੀ ਕਿ ਉਹਨਾਂ ਨੂੰ ਕੰਟਰੋਲ ਦੇ ਵਿੱਚ ਆਇਆ। ਪਰ 2 ਆਰਟੀਕਲ ਆ ਜਿਹੜੇ ਨਹੀਂ, ਕਦੇ ਵੀ ਹਟਾਏ ਨਹੀਂ ਜਾ ਸਕਦੇ, ਆਰਟੀਕਲ 20 ਔਰ ਆਰਟੀਕਲ 21। ਠੀਕ ਹੈ ਜੀ, ਇਹ ਵੀ ਪੇਪਰ 'ਚ ਕਈ ਵਾਰ ਆ ਜਾਂਦਾ। ਚਲੋ ਜੀ ਅਗਲੀ ਸਲਾਈਡ 'ਤੇ ਆਪਾਂ ਮੂਵ ਕਰਦੇ ਹਾਂ। ਵਿਚ ਆਫ ਫੋਲੋਇੰਗ ਇਜ਼ ਨਾਟ ਅ ਫੰਡਾਮੈਂਟਲ ਡਿਊਟੀ। ਹਾਂਜੀ, ਇਸ ਤੋਂ ਪਹਿਲਾਂ ਆਪਾਂ ਇੱਕ ਸਵਾਲ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਕਿਹੜੀਆਂ 11 ਫੰਡਾਮੈਂਟਲ ਡਿਊਟੀਆਂ ਸੀ। ਸਵਰਨ ਸਿੰਘ ਕਮੇਟੀ ਨੇ ਰਿਕਮੈਂਡ ਕੀਤਾ ਸੀ 1976 ਦੇ ਵਿੱਚ ਇਹ ਐਡ ਕੀਤੀਆਂ ਸੀ 42ਵੀਂ ਅਮੈਂਡਮੈਂਟ ਰਾਹੀਂ। ਅਤੇ ਕਿਹੜੀ ਕਮੇਟੀ ਸੀ? ਸਵਰਨ ਸਿੰਘ ਕਮੇਟੀ। ਸਟਾਰਟਿੰਗ ਦੇ ਵਿੱਚ ਇਹ 10 ਸੀ, ਪਰ ਬਾਅਦ ਦੇ ਵਿੱਚ 11 ਡਿਊਟੀਆਂ ਹੋ ਗਈਆਂ। ਤੋ ਇਹਦੇ ਵਿੱਚ ਕਿਹੜੀ ਡਿਊਟੀ ਨਹੀਂ ਹੈਗੀ? ਇਹਦਾ ਆਨਸਰ ਹੈਗਾ ਜੀ ਆਪਸ਼ਨ ਨੰਬਰ ਡੀ। ਆਪਸ਼ਨ ਡੀ, ਜਿਹਦੇ ਵਿੱਚ ਕੀ ਹੈ? ਅਬੋਲਿਸ਼ਨ ਆਫ ਟਾਈਟਲ ਅਸੈਪਟ ਮਿਲਟਰੀ ਐਂਡ ਅਕੈਡਮਿਕ, ਯਾਨੀ ਕਿ ਆਰਟੀਕਲ 18 ਦੀ ਮੈਂਸ਼ਨ ਕਰ ਰਿਹਾ, ਜਿਹੜਾ ਕਿ ਇੱਕ ਤਰ੍ਹਾਂ ਦਾ ਫੰਡਾਮੈਂਟਲ ਰਾਈਟ ਹੈ। ਜਿਹੜਾ ਕੀ ਹੈ ਜੀ? ਇੱਕ ਤਰ੍ਹਾਂ ਦਾ ਫੰਡਾਮੈਂਟਲ ਰਾਈਟ ਹੈ। ਅਤੇ ਇਹਦਾ ਆਨਸਰ ਕੀ ਹੈ? ਡੀ। ਬਾਕੀ ਤਿੰਨੇ ਫੰਡਾਮੈਂਟਲ ਡਿਊਟੀਆਂ ਨੇ, ਪਰ ਇਹਦਾ ਆਨਸਰ ਕੀ ਹੈ? ਡੀ। ਇਹ ਆਰਟੀਕਲ 18 ਦੀ ਗੱਲ ਹੈ, ਜਿਹੜਾ ਫੰਡਾਮੈਂਟਲ ਰਾਈਟ ਦੇ ਵਿੱਚ ਆਉਂਦਾ, ਨਾ ਕਿ ਡਿਊਟੀ ਦੇ ਵਿੱਚ। ਸੋ ਜੀ ਅਗਲੀ ਸਲਾਈਡ 'ਤੇ ਮੂਵ ਕਰਦੇ ਹਾਂ। The Parliament has given power to make law regarding citizenship under article of Constitution of India। ਮਤਲਬ ਸੰਵਿਧਾਨ ਦੇ ਵਿੱਚ ਪਾਰਲੀਮੈਂਟ ਕੋਲੇ ਜਿਹੜੀ ਤਾਕਤ ਹੈ ਸਿਟੀਜ਼ਨ ਸੰਬੰਧੀ, ਉਹ ਕਿਹੜੇ ਆਰਟੀਕਲ ਦੇ ਵਿੱਚ ਮੈਂਸ਼ਨ ਹੈ ਕਿ ਪਾਰਲੀਮੈਂਟ ਜਿਹੜੀ ਸਿਟੀਜ਼ਨ ਦੇ ਲਾਅ ਬਣਾ ਸਕਦੀ। ਤੋਂ ਪਹਿਲਾਂ ਸਿਟੀਜ਼ਨ ਬਾਰੇ ਆਪਾਂ ਡਿਸਕਸ ਕਰ ਚੁੱਕੇ ਹਾਂ। ਇੰਡੀਆ ਦੇ ਵਿੱਚ ਕਿਹੜੀ ਸਿਟੀਜ਼ਨਸ਼ਿਪ ਹੈ ਜੀ? ਸਿੰਗਲ ਸਿਟੀਜ਼ਨਸ਼ਿਪ ਹੈ। ਕਿਹੜੀ ਸਿਟੀਜ਼ਨਸ਼ਿਪ ਹੈ? ਸਿੰਗਲ ਸਿਟੀਜ਼ਨਸ਼ਿਪ ਹੈ। ਅਤੇ ਕਿਹਤੋਂ ਲਈ ਸੀ? ਆਪਾਂ ਨੂੰ ਪਤਾ ਹੀ ਹੈ, ਬ੍ਰਿਟੇਨ ਤੋਂ ਲਈ ਸੀ, ਜਾਣੀ ਕਿ UK ਤੋਂ ਲਈ ਸੀ। ਸੋ ਕੁਐਸਚਨ ਸਕਿਪ ਹੋ ਗਿਆ ਜੀ। ਅਗਲੀ ਸਲਾਈਡ 'ਤੇ ਆਪਾਂ ਆਉਣੇ ਆ, ਉੱਥੇ ਸਵਾਲ ਆਪਣਾ ਬਾਅਦ ਦੇ ਵਿੱਚ ਦੇਖ ਲਾਂਗੇ ਉਹਦਾ ਸਵਾਲ ਕੀ ਹੈ। ਇਹਦੇ ਵਿੱਚ ਆਫ ਦੀ ਫੋਲੋਇੰਗ ਵਰਡ ਵਾਜ਼ ਇਨਸਰਟਡ ਇਨ ਪ੍ਰੈਂਬਲ ਬਾਈ 42ਵੀਂ ਅਮੈਂਡਮੈਂਟ ਆਫ ਕੌਨਸਟੀਟਿਊਸ਼ਨ ਆਫ ਇੰਡੀਆ। ਦੇਖੋ 3 ਵਰਡ 42ਵੀਂ ਅਮੈਂਡਮੈਂਟ, ਦੇਖੋ ਪ੍ਰੈਂਬਲ ਹੈ ਜਿਹੜਾ, ਇਹਨੂੰ ਆਬਜੈਕਟ ਰੈਵੋਲੂਸ਼ਨ ਕਿਹਾ ਜਾਂਦਾ ਸੀ। PM ਜਾਣੀ ਕਿ ਜਵਾਹਰ ਲਾਲ ਨਹਿਰੂ ਨੇ ਇਹਦੀ ਰਿਕਮੈਂਡ ਕੀਤੀ ਸੀ। ਅਤੇ ਇਹਨੂੰ ਇੱਕ ਵਾਰੀ ਅਮੈਂਡਮੈਂਟ ਹੋਇਆ, ਇਹ ਵੀ 1942, ਇਹ ਵੀ 1976 42ਵੀਂ ਅਮੈਂਡਮੈਂਟ ਰਾਹੀਂ ਹੋਇਆ ਗਾ, ਜਿਹਦੇ ਵਿੱਚ 3 ਵਰਡ ਐਡ ਕੀਤੇ ਸੀ, ਸੋਸ਼ਲਿਸਟ, ਸੈਕੂਲਰ, ਠੀਕ ਹੈ ਜੀ, ਅਤੇ ਇੰਟੀਗ੍ਰਿਟੀ। ਤਿੰਨੇ ਵਰਡ ਐਡ ਹੋਏ ਸੀ, ਤਾਂ ਇਹਦਾ ਆਨਸਰ ਹੈਗਾ ਆਨਸਰ B। ਠੀਕ ਹੈ ਜੀ ਅਗਲੀ ਸਲਾਈਡ 'ਤੇ ਮੂਵ ਕਰਦੇ ਹਾਂ। ਬਟ ਇਜ਼ ਦਾ ਮਿਨੀਮਮ ਏਜ ਟੂ ਕੁਆਲੀਫਾਈ ਫਾਰ ਲੋਕ ਸਭਾ ਇਲੈਕਸ਼ਨ। ਤੋ ਕਿੰਨੀ, ਜਾਣੀ ਕਿ ਕਿੰਨੀ ਉਮਰ ਹੋਣੀ ਚਾਹੀਦੀ ਹੈ ਲੋਕ ਸਭਾ ਇਲੈਕਸ਼ਨ ਲਈ ਮਿਨੀਮਮ? ਇਹਦਾ ਆਨਸਰ ਹੈਗਾ 25, ਯਾਨੀ ਕਿ 25 ਸਾਲ। ਦੇਖੋ ਜੇ ਲੋਕ ਸਭਾ ਦੀ ਗੱਲ ਹੋ ਰਹੀ ਹੈ ਤਾਂ ਉਹਦੀ ਮਿਨੀਮਮ ਏਜ 25 ਸਾਲ। ਜੇ ਰਾਜ ਸਭਾ ਦੀ ਹੋ ਰਹੀ ਹੈ 30 ਸਾਲ। ਜੇ ਪ੍ਰੈਜ਼ੀਡੈਂਟ ਦੀ ਗੱਲ ਹੋ ਰਹੀ ਹੈ ਤਾਂ 35। ਗਵਰਨਰ ਦੀ ਗੱਲ ਹੋ ਰਹੀ ਹੈ ਤਾਂ ਵੀ 35। ਠੀਕ ਹੈ ਜੀ। ਹੁਣ ਸਵਾਲ ਇਹ ਬਣਦਾ, ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਸੀਟਾਂ ਕਿੰਨੀਆਂ? ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਸੀਟਾਂ ਕਿੰਨੀਆਂ ਜੀ? 13। ਰਾਜ ਸਭਾ ਦੀਆਂ ਸੀਟਾਂ ਕਿੰਨੀਆਂ ਜੀ? 7। ਅਤੇ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ? 117। ਠੀਕ ਹੈ ਜੀ। ਅਤੇ ਇਹਦਾ ਆਨਸਰ ਆਪਾਂ ਲਾਤਾ ਆਪਸ਼ਨ ਨੰਬਰ A, ਯਾਨੀ ਕਿ 25 ਸਾਲ। ਚਲੋ ਜੀ ਅਗਲੀ ਸਲਾਈਡ 'ਤੇ ਮੂਵ ਕਰਦੇ ਹਾਂ। ਹਾਊ ਮੈਨੀ ਮੈਂਬਰ ਆਫ ਦੀ ਰਾਜ ਸਭਾ ਆਰ ਨੋਮੀਨੇਟਡ ਬਾਈ ਦੀ ਪ੍ਰੈਜ਼ੀਡੈਂਟ। ਯਾਨੀ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਰਾਜ ਸਭਾ ਦੇ ਵਿੱਚ ਕਿੰਨੇ ਮੈਂਬਰ ਨੋਮੀਨੇਟ ਕਰ ਸਕਦਾ? ਇਹਦਾ ਦੇਖੋ, ਜਿਹੜਾ ਪ੍ਰੈਜ਼ੀਡੈਂਟ 2 ਕਰ ਸਕਦਾ ਜੀ ਰਾਜ ਸਭਾ 'ਚ, 2 ਕਰ ਸਕਦਾ ਲੋਕ ਸਭਾ 'ਚ, ਅਤੇ 12 ਕਰ ਸਕਦਾ ਰਾਜ ਸਭਾ 'ਚ। ਆਹ ਜਿਹੜੇ 2 ਕਰ ਸਕਦਾ ਇਹ ਵੀ ਹੁਣ ਖਤਮ ਹੀ ਕਰਤਾ, ਕਿਉਂਕਿ ਜਿਹੜੇ ਐਂਗਲੋ ਇੰਡੀਅਨ ਹੈ, ਇਹ 2 ਮੈਂਬਰ ਕੌਣ ਹੁੰਦੇ ਸੀ ਲੋਕ ਸਭਾ 'ਚ? ਐਂਗਲੋ ਇੰਡੀਅਨ, ਜਿਹੜੇ ਕਿ ਹੁਣ ਖਤਮ ਹੀ ਹੋ ਗਏ। ਆਜ਼ਾਦੀ ਨੂੰ ਬਹੁਤ ਟਾਈਮ ਹੋ ਗਿਆ, ਐਂਗਲੋ ਇੰਡੀਅਨ ਕਮਿਊਨਿਟੀ ਖਤਮ ਹੋ ਗਈ, ਬਹੁਤ ਘੱਟ ਗਈ। ਯਾਨੀ ਕਿ ਜਿਹੜੀ ਰਾਜ ਸਭਾ ਦੇ ਵਿੱਚ ਰਾਸ਼ਟਰਪਤੀ ਕਿੰਨੇ ਕਰ ਸਕਦਾ? 12 ਮੈਂਬਰ। ਠੀਕ ਹੈ ਜੀ। ਹੁਣ ਪੇਪਰ ਦੱਸਣਾ ਬਣਦਾ ਰਾਜ ਸਭਾ ਦੀ ਟਰਮ ਕਿੰਨੀ ਹੁੰਦੀ ਹੈ? 6 ਈਅਰ। ਠੀਕ ਹੈ ਜੀ। ਪਰਮਾਨੈਂਟ ਹਾਊਸ ਕਿਹਾ ਜਾਂਦਾ ਹੈਗਾ
ਤੇ ਇਹਦਾ ਜਿਹੜਾ ਹੈੱਡ ਕੌਣ ਹੁੰਦਾ ਜੀ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਮੌਕੇ ਦਾ ਕੌਣ ਆ ਜੀ ਹੁਣ ਆਪਣਾ, ਵੈਂਕਈਆ ਨਾਇਡੂ। ਚਲੋ ਜੀ ਅਗਲੀ ਸਲਾਈਡ 'ਤੇ ਮੂਵ ਕਰਦੇ ਹਾਂ। ਚਲੋ ਜੀ, ਥੈਂਕਸ ਫॉर ਵਾਚਿੰਗ। ਜਿਹੜੀ ਆਪਾਂ ਅਗਲੀ ਪੋਲੀਟੀਕਲ MCQ 3rd ਕਲਾਸ ਲੈ ਕੇ ਆਵਾਂਗੇ ਉਹ 22 ਮਈ ਨੂੰ ਲੈ ਕੇ ਆਵਾਂਗੇ। ਚਲੋ ਜੀ, ਇੱਕ ਚੀਜ਼ ਇਹ ਤੁਹਾਨੂੰ ਹੋਰ ਦੱਸਣੀ ਬਣਦੀ ਹੈ